परिस्थितियां बनिया भी हैं। इन्ना वड्डा सत्कार प्रकाश सिंह बादल नूं कौमी कौमांतरी ते सूबाई पद्धर ते मिलिया। किवें देखदे हो इस स्थिति के अंदर? इहदे बावजूद एक सवाल फिर भी नालों नाल चलदा आ रहा है कि प्रकाश सिंह बादल के तुर जाण बाद कि वो खिलाफ पूरा हो पाएगा। सिख पंथ दे विच जिहड़ी उन्हां दी सेवा और पंजाब दे लोकां लई उन्हां दी जिहड़ी सेवा, देखो सिद्धू साहब रिकॉर्ड बनिया, सब तो घੱਟ उम्र दे विच सरपंच बने, सब तो घੱਟ उम्र दे विच MLA बने, सब तो घੱਟ उम्र दे विच मुख मंत्री बने और सब तो वध उम्र दे मुख मंत्री जिहड़े हैगे सरदार प्रकाश सिंह बादल रहे और सब तो वध वार रहे और सब तो ज़्यादा जिहड़ी हैगा राजनीतिक सफर जिहड़ा सरदार प्रकाश सिंह बादल दा सीगा और उन्हां ते जिन्ना माण कीता जावे उन्ना थोड़ा। हिंदुस्तान के किसी भी सियासतदान की इन्नी हलीमी होवे। दूजी उन्होंने जिहड़ी सब तो वड्डी सच्ची खूबी सी वो किसी नाल वैर विरोध की पॉलिटिक्स नहीं सी खेडदी। मैं 50 साल तो भी छत्तरा हालात बने, मैं छड़ के बीजेपी च आ गया, पर बादल साहब को शायद ही किसी बंदे नूं कोई नाराजगी होवे जां उन्हां तों वो दुखी होवे। शख्सियत है, मैं इन्ना कहांगा कि सरदार प्रकाश सिंह बादल जिहा लीडर ना कदे पहला आया ना ही कदे आउणा। यह भी मैनूं लगदा जिहो जे हालात इस टाइम राजनीति दे हैगे आ, राजनीति दे विच जिहो जे अजकल आचरण आ चुके हैं, राजनीति दे विच जिहो जिहा बोलबाला हो चुका है, गिरावट आ चुकी है। सरदार प्रकाश सिंह बादल की हलीमी, उन्होंने अपने तो छोटे वर्कर नूं छोटे तो छोटे कोई भी चाहे जब बिल्कुल गरीब इंसान तो लैके मुख्यमंत्री तक कोई उन्होंने मिल जाए, उन्होंने हरेक नाल हलीमी नाल सरदार साहब काका जी ये क्यों चले गए अकाली दल नूं? ये मेरा बादल साहब नाल कोई नहीं सी। बादल साहब दे जिहड़े कबीर जी दे नाल जिहड़ी टीम है ना जी, वो टीम ना तो उन्होंने सही सलाह दिंदी है। तुसीं देखो 2012 तो बाद बादल साहब ने सुखबीर अगे आया तो बादल साहब ने पिछे हटना शुरू कर दिया। बादल साहब कुछ खास गल्लां च जिहड़ी पार्टी के मामले सी वो कह दिंदे सी जी सुखबीर जी नूं मिल लो, पर सुखबीर जी के जिहड़े आले दुआले सलाहकार सी उन्होंने मैनूं लगदा कि उन्होंने सही सलाह नहीं दित्ती, जिहदे कारण करके अज ये हालात बने ते साडे वर्गे ਹੁਣ ਉਹਨਾਂ ਦੇ ਜਿਹੜਾ ਹੈਗਾ ਜਾਣ ਤੋਂ ਬਾਅਦ ਜਿਹੜਾ ਖਲਾਅ ਪੈਦਾ ਹੋਇਆ ਹੈ ਉਹਦੇ ਵਿੱਚ ਬੜਾ ਸਾਫ਼ ਹੈ ਵੀ 86 ਕੋਈ ਜਿਹੜਾ ਵਾਰਸ ਹੈ ਉਹਨਾਂ ਦੇ ਮੁਕਾਬਲੇ ਜਿਹੜਾ ਪਹੁੰਚਣਾ ਕੋਈ ਸਖਾਲਾ ਕੰਮ ਨਹੀਂ, ਕਿਉਂਕਿ ਪਿਛਲੇ ਸਮੇਂ 'ਚ ਜਿਹੜੀ ਪਾਰਟੀ ਹੈ ਉਹ ਵੱਖ-ਵੱਖ ਕਾਰਨਾਂ ਕਰਕੇ ਹਾਸ਼ੀਏ ਤੇ ਚਲੀ ਗਈ ਤੇ ਇਹਨਾਂ ਸਮਿਆਂ ਦੇ ਵਿੱਚ ਤਾਂ ਪਾਰਟੀ ਆਪਣੀ ਹੋਂਦ ਨੂੰ ਬਚਾਉਣ 'ਚ ਲੱਗੀ ਹੋਈ ਆ ਤੇ ਇਹੋ ਜਿਹਾ ਕੋਈ ਕੱਦਾਵਰ ਨੇਤਾ ਹਜੇ ਨਜ਼ਰ ਵੀ ਨਹੀਂ ਆ ਰਿਹਾ ਜਿਹੜਾ ਕੋਈ ਬਾਦਲ ਸਾਹਿਬ ਦੀ ਭਰਪਾਈ ਕਰ ਸਕੇ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕਿ ਹੁਣ ਇਹ ਖਲਾ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਭਰਿਆ ਜਾਏਗਾ, ਮੈਂ ਤਾਂ ਇਹ ਸਮਝਦਾ ਕਿ ਸਰਦਾਰ ਬਾਦਲ ਤਾਂ ਪਿਛਲੇ ਲੰਬੇ ਸਮੇਂ ਤੋਂ ਇੱਕ ਤਰ੍ਹਾਂ ਦਾ ਉਹਨਾਂ ਨੇ ਰਾਜਨੀਤੀ ਦਾ ਸੰਨਿਆਸ ਹੀ ਲੈ ਲਿਆ ਸੀ ਤੇ ਜਿਹੜੀ ਪਿਛਲੀ ਚੋਣ ਹੈ ਇਹ ਵੀ ਉਹਨਾਂ ਨੇ ਜੱਕੋ ਤੱਕੀ 'ਚ ਲੜੀ ਸੀ। ਉਹ ਤਾਂ ਲੜਨਾ ਵੀ ਨਹੀਂ ਸ਼ਾਇਦ ਚਾਹੁੰਦੇ ਸੀ ਲੇਕਿਨ ਲੜਾਈ ਗਈ ਸੀ। ਸੋ ਹੁਣ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਹੀ ਇਹ ਪੋਲਿਟਿਕਸ ਆਈ ਹੋਈ ਸੀ ਤੇ ਉਹਨਾਂ ਦੇ ਹੱਥ ਜਿਹੜੀ ਇਹ ਅਕਾਲੀ ਦਲ ਦੀ ਪ੍ਰਧਾਨਗੀ ਹੈ ਉਹ ਸਾਰੀ ਆਪਾਂ ਭਲੀ ਭਾਂਤ ਦੇਖ ਚੁੱਕੇ ਹਾਂ ਕਿ 3 ਸੀਟਾਂ ਤੇ ਅਕਾਲੀ ਦਲ ਆ ਗਿਆ। ਹਾਂ ਇਹ ਗੱਲ ਜ਼ਰੂਰ ਹੈ ਕਿ ਜਿੰਨੀ ਦੇਰ ਪੰਜਾਬ ਦੇ ਵਿੱਚ ਦੇਖੋ 2 ਰਾਜਨੀਤਿਕ ਲੀਡਰਾਂ ਨੂੰ ਪੰਜਾਬ ਹਮੇਸ਼ਾ ਅਕਾਲੀ ਦਲ ਦਿਆਂ ਨੂੰ ਜਾਣਦਾ ਰਹੇਗਾ। ਇੱਕ ਲੀਡਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਦੂਜਾ ਪ੍ਰਕਾਸ਼ ਸਿੰਘ ਬਾਦਲ। ਅਕਾਲੀ ਪੋਲਿਟਿਕਸ ਜਿਹੜੀ ਸੀ ਉਹ ਮੋਰਚਿਆਂ ਦੇ ਵਿੱਚੋਂ ਜੇਲ੍ਹਾਂ ਦੇ ਵਿੱਚੋਂ ਉੱਭਰੀ ਹੋਈ ਰਾਜਨੀਤੀ ਸੀ, ਜਿਹੜੇ ਕਿ ਸਾਡੇ ਬਜ਼ੁਰਗ ਹਮੇਸ਼ਾ ਜਾਂਦੇ ਸੀ ਪਿੰਡਾਂ ਦੇ। ਉਹ ਬਜ਼ੁਰਗ ਇਲਾਕੇ ਦੇ MLA ਨਾਲ ਸੰਬੰਧ ਘੱਟ ਰੱਖਦੇ ਸੀ, ਸਿੱਧੇ ਇਹਨਾਂ ਵੱਡੇ ਲੀਡਰਾਂ ਨਾਲ ਬਾਦਲ ਸਾਹਿਬ ਉਹਨਾਂ ਨਾਲ ਸੰਬੰਧ ਰੱਖਦੇ ਸੀ, ਜਿਹਦੇ ਕਾਰਨ ਬਾਦਲ ਸਾਹਿਬ ਉਹਨੇ ਹਮੇਸ਼ਾ ਅੱਗੇ ਵਧਦੇ ਗਏ। ਜਦੋਂ ਤੋਂ ਇਹ ਪੋਲਿਟਿਕਸ ਨਵੇਂ ਯੰਗ ਮੁੰਡਿਆਂ ਦੇ ਹੱਥਾਂ 'ਚ ਆਉਂਦੀ ਗਈ, ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕੋਈ SOI ਬਣਾ ਲਈ, ਕੋਈ ਹੋਰ ਆਈ ਬਣਾ ਲਈ, ਤਾਂ ਅਕਾਲੀ ਦਲ ਨੂੰ ਅਕਾਲੀ ਦਲ ਮੰਨਫੀ ਹੋਈ ਗਿਆ
ਤੇ ਇਹ ਸਾਰਾ ਕੁਝ ਵਰਤਾਰਾ ਵਰਤਦਾ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਗਰਭ ਦੇ ਵਿੱਚ ਗੱਲ ਹੈ ਕਿ ਹੁਣ ਅਕਾਲੀ ਦਲ ਕਿਸ ਪਾਸੇ ਵੱਲ ਜਾਏ। ਦਰਅਸਲ ਸਾਨੂੰ ਥੋੜਾ ਜਿਹਾ ਪਿੱਛੇ ਨੂੰ ਜਾਣ ਦੀ ਲੋੜ ਹੈਗੀ। ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਇਹ ਫੈਡਰਲਿਜ਼ਮ ਦੇ ਉੱਪਰ ਜਿਹੜੀ ਉਸਰੀ ਹੋਈ ਸਿਆਸਤ ਹੈ, ਇਹ ਇੱਕ ਅੰਦੋਲਨ ਚੋਂ ਨਿਕਲੀ ਪਾਰਟੀ ਹੈ। ਤੇ ਬਾਦਲ ਸਾਹਿਬ ਦੇ ਹੁੰਦਿਆਂ ਹੋਇਆਂ ਜਦੋਂ ਅਕਾਲੀ ਦਲ ਨੇ ਉਹ ਆਪਣਾ ਪੈਂਤੜਾ ਜਿਹੜਾ ਉਹ ਆਪਣੀ ਸਿਆਸਤ ਜਿਹੜੀ ਛੱਡਣੀ ਸ਼ੁਰੂ ਕਰ ਦਿੱਤੀ ਤੇ ਹੌਲੀ ਹੌਲੀ ਉਹਨਾਂ ਦੇ ਹੁੰਦੇ ਹੋਏ ਜਿਹੜੀ ਅਕਾਲੀ ਦਲ ਦੀ ਤਾਕਤ ਜਿਹੜੀ ਖੁਰਨੀ ਸ਼ੁਰੂ ਹੋ ਗਈ। ਇਹ ਪਤਾ ਨਹੀਂ ਜਾ ਕੇ ਕਿੱਥੇ ਰੁਕੇਗੀ। ਸਭ ਤੋਂ ਪਹਿਲਾਂ ਜਿਹੜੀ ਪਾਰਟੀ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਵਕਾਲਤ ਕਰਦੀ ਹੈ, ਉਹਨੇ ਜੰਮੂ ਕਸ਼ਮੀਰ ਦੇ ਮਾਮਲੇ ਦੇ ਉੱਪਰ ਜਦੋਂ ਧਾਰਾ 370 ਤੋੜੀ ਗਈ, 35A ਤੋੜੀ ਗਈ, ਉਹਦੇ ਹੱਕ 'ਚ ਵੋਟ ਪਾਈ। ਮਤਲਬ ਵਕਾਲਤ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਕਰੀਏ, ਅੰਦੋਲਨ ਉਹਦੇ ਲਈ ਲੜੀਏ ਵੱਧ ਅਧਿਕਾਰਾਂ ਲਈ, ਵੋਟ ਅਸੀਂ ਉਹਦੇ ਉਲਟ ਪਾਈ। ਨੰਬਰ 1 ਜਿਹੜੀ ਗੱਲ ਮੈਨੂੰ ਲੱਗਦੀ। ਨੰਬਰ 2, ਜਿਹੜਾ ਅਕਾਲੀ ਦਲ ਧਰਮ ਆਧਾਰਿਤ ਪਾਰਟੀ ਹੈਗੀ, ਜਿਹੜੇ ਪੈਂਤੜੇ ਇਹਦੇ ਉੱਪਰ ਲੈ ਗਏ, ਜਿਹੜੀ ਡੇਰਾ ਸਿਰਸਾ ਨੂੰ ਮਾਫੀ ਮਿਲੀ, ਬਾਅਦ ਦੇ ਵਿੱਚ ਦਬਾਅ ਕਾਰਨ ਮਾਫੀ ਵਾਪਸ ਲੈਣੀ ਪਈ। ਉਸ ਤੋਂ ਬਾਅਦ ਜਿਹੜੀਆਂ ਘਟਨਾਵਾਂ ਵਾਪਰੀਆਂ, ਜਿਹੜਾ ਬਰਗਾੜੀ ਵਾਪਰਿਆ, ਉਹਦੇ ਨਾਲ ਕੋਟਕਪੂਰਾ 'ਚ ਗੋਲੀ ਚੱਲੀ, ਉਸ ਤੋਂ ਬਾਅਦ ਜਦੋਂ ਇਹਨਾਂ ਦੀ ਸਰਕਾਰ ਸੀਗੀ, ਕੋਈ 20-25 ਦਿਨ ਪੰਜਾਬ ਦੇ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਸੀ ਰਹਿ ਗਈ। ਜੇ ਅਕਾਲੀ ਦਲ ਅੱਜ ਵੀ ਆਪਣੀਆਂ ਉਹਨਾਂ ਪੋਜੀਸ਼ਨਾਂ ਤੇ ਨਹੀਂ ਆਉਂਦਾ ਜਿਨ੍ਹਾਂ ਲਈ ਅਕਾਲੀ ਦਲ ਜਾਣਿਆ ਜਾਂਦਾ, ਫੈਡਰਲਿਜ਼ਮ ਲਈ, ਵੱਧ ਅਧਿਕਾਰਾਂ ਲਈ, ਆਮ ਜਨਤਾ ਦੇ ਅਧਿਕਾਰਾਂ ਲਈ, ਜੇ ਅਕਾਲੀ ਦਲ ਉਹਨਾਂ ਲਈ ਨਹੀਂ ਸਟੈਂਡ ਕਰੇਗਾ ਤੇ ਅਕਾਲੀ ਦਲ ਦੀ ਸਥਿਤੀ ਜਿਹੜੀ ਆ ਉਹ ਸੁਧਰ ਨਹੀਂ ਲੱਗੀ। ਅਕਾਲੀ ਦਲ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਇੱਕ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਵਿੱਚ ਇੱਕ ਖਾਸੀਅਤ ਸੀ, ਉਹ ਲੋਕਾਂ ਨੂੰ ਜੋੜ ਕੇ, ਲੀਡਰਸ਼ਿਪ ਨੂੰ ਵੀ ਜੋੜ ਕੇ ਰੱਖਦੇ ਸੀਗੇ। ਪਰ ਜਦੋਂ ਇਹ ਇਸ਼ੂ ਆਏ ਜਿਹੜਾ ਬਰਗਾੜੀ ਦਾ ਆਇਆ, ਉਸ ਤੋਂ ਬਾਅਦ ਕਿੰਨੇ ਆਗੂ ਛੱਡ ਕੇ ਗਏ। ਜਦੋਂ ਕੋਈ ਬੰਦਾ ਰਾਜ ਕਰਦਾ ਹੈ, ਸ਼੍ਰੋਮਣੀ ਅਕਾਲੀ ਦਲ 102 ਸਾਲ ਪੁਰਾਣੀ ਪਾਰਟੀ ਹੈ ਔਰ 102 ਸਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਿੰਨਾ ਰਾਜ ਕੀਤਾ। ਦੇਖੋ, ਹਾਰਨਾ ਜਿੱਤਣਾ, ਸੀਟਾਂ 3 ਰਹਿ ਗਈਆਂ। ਇਹਨਾਂ ਨੇ ਬੜਾ ਕਿਹਾ ਵੀ ਹਾਸ਼ੀਏ ਤੇ ਚਲੀ ਗਈ ਸ਼੍ਰੋਮਣੀ ਅਕਾਲੀ ਦਲ, ਤਾਂ ਜਿੱਤਣੀ ਜਿਹੜਾ ਹੈਗਾ 1997 ਪ੍ਰੋਪਰ ਜਿਹੜੀ ਸਰਕਾਰ ਬਣੀ ਹੈ 1997 ਤੋਂ ਬਾਅਦ ਬਣਨੀ ਸ਼ੁਰੂ ਹੋਈ ਹੈ। ਫਿਰ 2007 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਕਦੇ ਸਾਲ ਵਾਸਤੇ ਜਾਂ 2 ਸਾਲਾਂ ਵਾਸਤੇ ਸਰਕਾਰ, ਜਿਹੜੀਆਂ ਸਰਕਾਰਾਂ ਸੈਂਟਰ ਦੀਆਂ ਸੀ, ਕਾਂਗਰਸ ਦੀ ਸਰਕਾਰ ਸੀ, ਉਹ ਸਰਕਾਰਾਂ ਤੋੜਦੀਆਂ ਰਹੀਆਂ। ਉਸ ਤੋਂ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਹੀ ਕੀਤਾ ਨਾ। ਗੱਲਾਂ ਕਰਦੇ ਆ, ਇਹਨਾਂ ਨੇ ਗੱਲਾਂ ਨੈਗੇਟਿਵ ਕਰਨੀਆਂ, ਪੋਜ਼ਿਟਿਵ ਗੱਲ ਤਾਂ ਕੋਈ ਕਰਨੀ ਨਹੀਂ। ਓਕੇ, ਸੋ ਆਪਾਂ ਅੱਜ ਸਰਦਾਰ ਬਾਦਲ ਸਾਹਿਬ ਦੀ ਗੱਲ ਕਰਦੇ ਆ। ਸਰਦਾਰ ਬਾਦਲ ਸਾਹਿਬ ਨੇ, ਠੀਕ ਹੈ, ਅਸੀਂ ਮੰਨਦੇ ਆ, ਹੋ ਸਕਦਾ ਹੈ ਜਦੋਂ ਕੋਈ ਗਲਤੀਆਂ ਵੀ ਉਹੀ ਬੰਦੇ ਤੋਂ ਹੋਣਗੀਆਂ ਨਾ, ਜਿਹੜਾ ਬੰਦਾ ਕੰਮ ਕਰੂ, ਜਿਹਨੇ ਕੰਮ ਹੀ ਨਹੀਂ ਕਰਨਾ, ਡੱਕਾ ਦੂਰਾ ਨਹੀਂ ਕਰਨਾ, ਉਹਨੇ ਗਲਤੀ ਵੀ ਕੀ ਕਰਨੀ ਹੈ। ਸਿੱਧੂ ਸਾਹਿਬ, ਜਦੋਂ ਸਰਕਾਰਾਂ ਹੁੰਦੀਆਂ ਨੇ, ਸਰਕਾਰਾਂ ਬਣਦੀਆਂ ਨੇ, ਸਰਕਾਰਾਂ ਦੇ ਵਿੱਚ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਨੇ, ਉਹਦੇ ਨਾਲ ਨਾਲ ਪੰਥ ਵੀ ਚਲਾਉਣਾ ਹੁੰਦਾ, ਕਿਉਂਕਿ ਪੰਥਕ ਪਾਰਟੀ ਵੀ ਹੈ। ਬਿਲਕੁਲ। ਇਹਨਾਂ ਗੱਲਾਂ ਦੀ ਅਵੈਲੂਏਸ਼ਨ ਕਰਨੀ ਪਏਗੀ। ਅਕਾਲੀ ਦਲ ਨੂੰ ਆਪਣੇ ਅੰਤਰ ਝਾਤ ਮਾਰਨੀ ਪਏਗੀ। ਜੇ ਨਹੀਂ ਮਾਰੇਗਾ ਤਾਂ ਇਹ ਉਹਨਾਂ ਨੇ ਦੇਖਣਾ, ਰਾਜ ਉਹਨਾਂ ਨੇ ਕਰਨਾ, ਤੇ ਰਾਜ ਕਰਨ ਵਾਲੀ ਧਿਰ ਨੂੰ ਇਹ ਆਪਣੇ ਜਿਹੜੇ ਨੁਕਸ ਹੈ ਉਹ ਦੂਰ ਕਰਨੇ ਪੈਣਗੇ। ਜ਼ਿੰਮੇਵਾਰੀਆਂ ਹੁੰਦੀਆਂ, ਜਦੋਂ ਮੁੱਖ ਮੰਤਰੀ ਬਣਦਾ ਉਹਦੀਆਂ ਜ਼ਿੰਮੇਵਾਰੀਆਂ, ਉਹਦੇ ਲਈ ਚੁਣੌਤੀਆਂ ਵੀ ਜ਼ਿਆਦਾ ਵੱਧਦੀਆਂ ਨੇ। ਜਿਹੜਾ ਇਹ ਖਲਾ ਹੈ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ, ਇਹ ਕਿਵੇਂ ਪੂਰਾ ਹੋਏਗਾ? ਇਹ ਪੂਰਾ ਹੋ ਸਕਦਾ ਹੈ ਜੀ, ਇਹਦੀ ਕੋਈ ਵੱਡੀ ਗੱਲ ਨਹੀਂ। ਜੇ ਜਿਹੜੇ ਹੁਣ ਅਕਾਲੀ ਦਲ ਦੇ ਪ੍ਰਧਾਨ ਸਮੇਤ ਲੀਡਰਸ਼ਿਪ ਹੈ, ਉਹ ਇਹ ਬੈਠ ਕੇ ਫੈਸਲਾ ਕਰੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸਨਮੁਖ ਹੋ ਕੇ ਕਿ ਅਕਾਲੀ ਲੋਕਾਂ ਨੇ ਇਹਨਾਂ ਨੂੰ ਜਿਵੇਂ ਪਿਛਲੇ ਸਮੇਂ ਦੇ ਵਿੱਚ ਰਾਜਨੀਤਿਕ ਸ਼ਕਤੀ ਦਿੱਤੀ, ਉਹ ਸ਼ਕਤੀ ਦੇ ਵਿੱਚ ਇਹਨਾਂ ਤੋਂ ਬਹੁਤ ਵੱਡੀਆਂ ਬੱਜਰ ਕਰੇਤਾਂ ਹੋਈਆਂ, ਜਿਵੇਂ DGP ਸਮੇਰ ਸੈਣੀ ਵਰਗੇ ਨੂੰ ਲਾਤਾ, ਜ਼ਹਾਰ ਆਲਮ ਵਰਗਿਆਂ ਨੂੰ ਅਹੁਦੇ ਦੇਤੇ, ਦਰਬਾਰਾ ਸਿੰਘ ਗੁਰੂ ਵਰਗਿਆਂ ਨੂੰ ਦੇਤੇ ਜਿਹੜੇ ਨਕੋਦਰ ਕਾਂਡ ਨਾਲ ਸੰਬੰਧਿਤ ਸੀ। ਸੋ ਅੱਛਾ, ਸਰਸੇ ਸਾਧ ਨੂੰ ਮਾਫੀ ਦੇਤੀ। ਫਿਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਹੋਰ ਤਖ਼ਤਾਂ ਦੇ ਜਥੇਦਾਰਾਂ ਨੂੰ ਆਪਣੀ ਕੋਠੀ ਬੁਲਾ ਕੇ ਹੁਕਮ ਚਾੜ੍ਹਤੇ। ਸੋ ਇਹ ਸਾਰੀਆਂ ਵੱਡੀਆਂ ਗੱਲਾਂ ਜਿਹੜੀਆਂ ਬੱਜਰ ਕਰੇਤਾਂ, ਇਹਨਾਂ ਦੇ ਉੱਤੇ ਬੈਠ ਕੇ ਇਹ ਵਿਚਾਰ ਕਰਨ ਤੇ ਪੰਥ ਦੇ ਸਾਹਮਣੇ ਆ ਕੇ ਪੱਲਾ ਅੱਡ ਕੇ ਮਾਫੀ ਮੰਗਣ। ਜੇ ਮਹਾਰਾਜਾ ਰਣਜੀਤ ਸਿੰਘ ਮਾਫੀ ਮੰਗ ਸਕਦਾ, ਬਲਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰੂਹ ਨੂੰ ਸ਼ਾਂਤੀ ਮਿਲੇਗੀ, ਜਿਹੜੇ ਪਰਮਾਤਮਾ ਕੋਲ ਜਾ ਚੁੱਕੇ ਹੈ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ।
ਪੰਜਾਬ ਦੀ ਸਿਆਸਤ ਦੇ ਬਾਬਾ ਬੋੜ ਵਜੋਂ ਜਾਣੇ ਜਾਂਦੇ ਕਦਾਵਰ ਆਗੂ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅੱਜ ਉਹਨਾਂ ਦੇ ਆਪਣੇ ਜੱਦੀ ਪਿੰਡ ਬਾਦਲ ਦੇ ਵਿੱਚ ਸੰਸਕਾਰ ਅਲਵਿਦਾ ਆ ਗਏ ਹੈ ਆਪਣੀ ਦੁਨੀਆ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ। ਉਹਨਾਂ ਦੇ ਇਸ ਮੌਕੇ ਤੇ ਪਰਿਵਾਰ ਦੇ ਨਾਲ ਉਹਨਾਂ ਦੇ ਸ਼ੁਭਚਿੰਤਕਾਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਜਿੱਥੇ ਕੌਮੀ ਪੱਧਰ ਤੇ ਕਈ ਕਦਾਵਰ ਹਸਤੀਆਂ ਆਈਆਂ, ਜਿੱਦਾਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਸਨ, ਅੱਜ ਵੀ ਇਸੇ ਢੰਗ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਦੇ ਹੋਰ ਕਦਾਵਰ ਆਗੂ ਰਾਜਸੀ ਖੇਤਰ ਦੇ, ਧਾਰਮਿਕ ਖੇਤਰ ਦੇ, ਸਮਾਜਿਕ ਖੇਤਰ ਦੇ, ਉਹਨਾਂ ਸਾਰਿਆਂ ਨੇ ਆ ਕੇ ਸ਼ਰਧਾਂਜਲੀ ਦਿੱਤੀ। ਔਰ ਜਿੱਥੋਂ ਤੱਕ ਪਰਿਵਾਰ ਦਾ ਸਵਾਲ ਹੈ, ਮਨਪ੍ਰੀਤ ਬਾਦਲ ਤੇ ਪੂਰਾ ਪਰਿਵਾਰ ਇਹ ਦੁੱਖ ਦੀ ਘੜੀ 'ਚ ਇਕੱਠੇ ਨਜ਼ਰ ਆਏ। ਇਹ ਸਾਰੇ ਦੇ ਚਲਦਿਆਂ ਜਿੱਥੇ ਉਹਨਾਂ ਦੀ ਕੰਟਰੀਬਿਊਸ਼ਨ ਵੱਡੀ ਦੇਣ ਦੀ ਗੱਲ ਹੈ, ਵੱਡਾ ਸਵਾਲ ਉੱਥੇ ਇੱਕ ਇਹ ਵੀ ਉੱਠ ਰਿਹਾ ਹੈ ਕਿ ਐਡੇ ਕਦਾਵਰ ਆਗੂ ਪ੍ਰਕਾਸ਼ ਸਿੰਘ ਬਾਦਲ ਦੇ ਤੁਰ ਜਾਣ ਬਾਅਦ ਜਿਹੜਾ ਖਲਾਅ ਪੈਦਾ ਹੋਇਆ, ਕੀ ਉਹ ਖਲਾਅ ਪੂਰਾ ਹੋਏਗਾ? ਖੈਰ, ਸਵਾਲ ਉੱਠਣੇ ਸੁਭਾਵਿਕ ਹੁੰਦੇ ਆ। ਸਭ ਤੋਂ ਪਹਿਲਾਂ ਮੈਂ ਆਪਣੇ ਮਹਿਮਾਨਾਂ ਦੀ ਜਾਣ ਪਛਾਣ ਕਰਾਉਣਾ ਤੁਹਾਡੇ ਨਾਲ ਕਿ ਇਸ ਮਠਾੜੂ ਜੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਕਦਾਵਰ ਆਗੂ ਅੱਜ ਜੋ ਵੀ ਬਾਦਲ ਪਿੰਡ ਪਹੁੰਚੇ ਹੋਏ ਸੀ ਤੇ ਰਸਤੇ 'ਚ ਸਾਡੇ ਨਾਲ ਬਹਿਸ ਦੇ ਵਿੱਚ, ਡਿਬੇਟ ਦੇ ਵਿੱਚ ਜੁਆਇਨ ਕਰ ਰਹੇ ਆ। ਇਕਬਾਲ ਸਿੰਘ ਚੰਨੀ ਜੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ, ਬਲਵਿੰਦਰ ਸਿੰਘ ਜੰਮੂ ਸਾਡੇ ਸੀਨੀਅਰ ਜਰਨਲਿਸਟ ਨੇ, ਨਰਪਿੰਦਰ ਧਾਲੀਵਾਲ ਉਸ ਮਾਲਵੇ ਦੇ ਖਿੱਤੇ ਨਾਲ ਜੁੜੇ ਹੋਏ ਸੀਨੀਅਰ ਜਰਨਲਿਸਟ, ਜਿੱਥੇ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਇੱਕ ਰਾਜਸੀ ਜਿਹੜਾ ਸਫ਼ਰ ਹੈ ਉਹ ਸ਼ੁਰੂ ਕੀਤਾ। ਇਸੇ ਤਰੀਕੇ ਨਾਲ ਜੋਗਾ ਸਿੰਘ ਚੱਪੜ ਪੰਥਕ ਅਕਾਲੀ ਲਹਿਰ ਦੇ ਆਗੂ, ਸਾਰੇ ਮਹਿਮਾਨਾਂ ਨੂੰ ਤੁਹਾਡੇ ਵੱਲੋਂ ਮੈਂ ਪੈਨਲ ਤੇ ਚੈਨਲ ਤੇ ਆਉਣ ਲਈ ਤਹਿ ਦਿਲੋਂ ਧੰਨਵਾਦ ਦਿੰਦਾ, ਜੀ ਆਖਦਾ। ਮਠਾੜੂ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਜਿਸ ਵੇਲੇ ਤੁਸੀਂ ਹੁਣ ਗੱਲ ਕਰ ਰਹੇ ਹੋ ਤਾਂ ਮਾਲਵਾ ਖੇਤਰ ਦੇ ਵਿੱਚ ਤੁਸੀਂ ਬਾਦਲ ਦੇ ਸੰਸਕਾਰ, ਉਹਨਾਂ ਦੇ ਸੰਸਕਾਰ ਤੋਂ ਹੋ ਕੇ ਤਾਂ ਵਾਪਸ ਆ ਹੀ ਰਹੇ ਹੋ। ਮੌਸਮ ਦਾ ਖਰਾਬਾ, ਬਾਰਿਸ਼, ਤੂਫਾਨ, ਇਸ ਦੇ ਬਾਵਜੂਦ ਤੁਸੀਂ ਸਾਡੇ ਨਾਲ ਜੁੜੇ ਹੋ, ਧੰਨਵਾਦ ਤੁਹਾਡਾ। ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਬਣੀਆਂ ਵੀ ਹੈ, ਇੰਨਾ ਵੱਡਾ ਸਤਿਕਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕੌਮੀ, ਕੌਮਾਂਤਰੀ ਤੇ ਸੂਬਾਈ ਪੱਧਰ ਤੇ ਮਿਲਿਆ, ਕਿਵੇਂ ਦੇਖਦੇ ਹੋ ਇਸ ਸਥਿਤੀ ਦੇ ਅੰਦਰ? ਇਹਦੇ ਬਾਵਜੂਦ ਇੱਕ ਸਵਾਲ ਫਿਰ ਵੀ ਨਾਲੋਂ ਨਾਲ ਚੱਲਦਾ ਆ ਰਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਤੁਰ ਜਾਣ ਬਾਅਦ ਕੀ ਉਹ ਖਲਾਅ ਪੂਰਾ ਹੋ ਪਾਏਗਾ? ਮਠਾੜੂ ਜੀ, ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਸਿੱਧੂ ਸਾਹਿਬ, ਤੁਸੀਂ ਮਾਹੌਲ ਉੱਥੇ ਦੇਖਣ ਨੂੰ ਮਿਲਿਆ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਡਰ ਵਾਸਤੇ, ਵਰਕਰ ਵਾਸਤੇ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਾਸਤੇ ਔਰ ਸਿੱਖ ਕੌਮ ਵਾਸਤੇ, ਪੂਰੇ ਦੇਸ਼ ਵਿਦੇਸ਼ ਵਿੱਚ ਵਾਸਤੇ, ਪੰਜਾਬੀਆਂ ਵਾਸਤੇ ਅੱਜ ਬਹੁਤ ਦੁੱਖ ਦੀ ਘੜੀ ਹੈ ਜੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਨਾਂ ਹੀ ਨਹੀਂ, ਇੱਕ ਬ੍ਰਾਂਡ ਬਣ ਚੁੱਕੇ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਮਹਾਨ ਸ਼ਖਸੀਅਤ ਸੀ ਜਿਨ੍ਹਾਂ ਨੇ ਕਈ ਰਿਕਾਰਡ ਕਾਇਮ ਕੀਤੇ। ਸਿੱਧੂ ਸਾਹਿਬ ਸਭ ਤੋਂ ਘੱਟ ਉਮਰ ਦੇ ਵਿੱਚ ਸਰਪੰਚ ਬਣਨਾ, ਕਿਉਂਕਿ ਸਰਪੰਚੀ ਤੋਂ ਜਿਹੜਾ ਉਹਨਾਂ ਨੇ ਮੁੱਖ ਮੰਤਰੀ ਤੱਕ ਦਾ ਜਿਹੜਾ ਸਫ਼ਰ ਤੈਅ ਕੀਤਾ, ਵਿੱਚ ਕੇਂਦਰੀ ਮੰਤਰੀ ਵੀ ਰਹੇ, 10-11 ਵਾਰ MLA ਜਿੱਤੇ ਬਣੇ ਔਰ 5 ਵਾਰ ਮੁੱਖ ਮੰਤਰੀ ਬਣੇ। ਔਰ ਸਿੱਖ ਪੰਥ ਦੇ ਵਿੱਚ ਜਿਹੜੀ ਉਹਨਾਂ ਦੀ ਸੇਵਾ ਔਰ ਪੰਜਾਬ ਦੇ ਲੋਕਾਂ ਲਈ ਉਹਨਾਂ ਦੀ ਜਿਹੜੀ ਸੇਵਾ, ਦੇਖੋ ਸਿੱਧੂ ਸਾਹਿਬ ਰਿਕਾਰਡ ਬਣਿਆ। ਸਭ ਤੋਂ ਘੱਟ ਉਮਰ ਦੇ ਵਿੱਚ ਸਰਪੰਚ ਬਣੇ, ਉਹ ਸਭ ਤੋਂ ਘੱਟ ਉਮਰ ਦੇ ਵਿੱਚ MLA ਬਣੇ, ਸਭ ਤੋਂ ਘੱਟ ਉਮਰ ਦੇ ਵਿੱਚ ਮੁੱਖ ਮੰਤਰੀ ਬਣੇ, ਔਰ ਸਭ ਤੋਂ ਵੱਧ ਉਮਰ ਦੇ ਮੁੱਖ ਮੰਤਰੀ ਜਿਹੜੇ ਹੈਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਹੇ, ਔਰ ਸਭ ਤੋਂ ਵੱਧ ਵਾਰ ਰਹੇ, ਔਰ ਸਭ ਤੋਂ ਜ਼ਿਆਦਾ ਜਿਹੜੀ ਹੈਗਾ ਰਾਜਨੀਤਿਕ ਸਫ਼ਰ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸੀਗਾ। ਔਰ ਉਹਨਾਂ ਤੇ ਜਿੰਨਾ ਮਾਣ ਕੀਤਾ ਜਾਵੇ ਉਹਨਾਂ ਥੋੜਾ। ਔਰ ਅਗਰ ਆਪਾਂ ਗੱਲ ਕਰੀਏ ਉਹਨਾਂ ਦੇ ਕੰਮਾਂ-ਕਾਰਾਂ ਦੀ, ਦੇਖੋ ਕਿਸੇ ਫੀਲਡ ਦੇ ਵਿੱਚ ਲਗਾ ਲਓ, ਚਾਹੇ ਕਿਸਾਨੀ ਫੀਲਡ ਦੇ ਵਿੱਚ ਲਾ ਲਓ, ਗਰੀਬ ਤਬਕੇ ਦੇ ਵਿੱਚ ਲਗਾ ਲਓ, ਮਜ਼ਦੂਰਾਂ ਵਾਸਤੇ ਲਾ ਲਓ, ਵਪਾਰੀਆਂ ਵਾਸਤੇ ਲਗਾ ਲਓ, ਦੁਕਾਨਦਾਰਾਂ ਵਾਸਤੇ ਲਾ ਲਓ, ਗਰੀਬ ਅਮੀਰ, ਹਰ ਖੇਤਰ ਦੇ ਵਿੱਚ, ਧਾਰਮਿਕ ਖੇਤਰ ਦੇ ਵਿੱਚ ਲਾ ਲਓ, ਕਿਸੇ ਵੀ ਧਰਮ ਦੇ ਖੇਤਰ ਦੇ ਵਿੱਚ ਲਾ ਲਓ, ਕਿ ਹਰ ਇੱਕ ਧਰਮ ਦੀਆਂ ਯਾਦਗਾਰਾਂ, ਮਤਲਬ ਉਹਨਾਂ ਨੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੈ ਜਿਹੜਾ
ਨਹੀਂ ਕੀਤਾ। ਉਹਨਾਂ ਨੇ ਕਿਸੇ ਵੀ ਧਰਮ ਦੇ ਵਿੱਚ, ਕਿਸੇ ਵੀ ਖਿੱਤੇ ਦੇ ਵਿੱਚ, ਹਰ ਇੱਕ ਖਿੱਤੇ ਦੇ ਵਿੱਚ ਜਿਹੜਾ ਹੈਗਾ ਯੋਗਦਾਨ ਪਾਇਆ ਔਰ ਉਹਨਾਂ ਨੇ ਜੀ ਤੋੜ ਮਿਹਨਤ ਕੀਤੀ। ਮੈਂ ਅੱਜ ਹੀ ਸੁਣ ਰਿਹਾ ਸੀ, ਉੱਥੇ ਗੱਲਾਂ ਚੱਲ ਰਹੀਆਂ ਸੀ ਤਾਂ ਕਿਸੇ ਕਹਿੰਦੇ ਸਾਰੇ ਵੱਡੇ ਮਹਾਨ ਲੀਡਰ ਸੀ ਜਿਹੜੇ ਇਕੱਠੇ ਹੋਏ ਇੱਕ ਵਾਰ, ਸਾਰਿਆਂ ਨੂੰ ਵਾਰ-ਵਾਰ ਇਹ ਗੱਲ ਪੁੱਛੀ ਗਈ ਕਿ ਤੁਸੀਂ ਆਪਣੇ ਫੁਰਸਤ ਦੇ ਪਲਾਂ ਦੇ ਵਿੱਚ ਕੀ ਕਰਨਾ ਪਸੰਦ ਕਰਦੇ ਹੋ। ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਵਾਬ ਸੀ, ਕਹਿੰਦੇ ਮੇਰੇ ਕਦੇ ਫੁਰਸਤ ਦੇ ਪਲ ਆਈ ਨਹੀਂ, ਮੇਰੀ ਤਾਂ ਹਮੇਸ਼ਾ ਸੇਵਾ ਦੇ ਵਿੱਚ ਹੀ ਰਹਿਣਾ ਹੁੰਦਾ। ਨੀਚੇ ਆਪਣੇ ਵਰਕਰ ਜਿਹੜੇ ਲੋਕ ਹੈਗੇ ਆ, ਗਰੀਬ ਹੈਗੇ ਆ, ਪੰਜਾਬੀ ਹੈਗੇ, ਉਹਨਾਂ ਦੀ ਸੇਵਾ ਦੇ ਵਿੱਚ ਜਿਹੜਾ ਹੈਗਾ ਮੇਰਾ ਜੀਵਨ ਜਿਹੜਾ ਹੈ ਉਹਨਾਂ ਦੇ ਵਿੱਚ ਹੀ ਰਹਿੰਦਾ ਹੈਗਾ। ਸੋ ਇਹ ਜਿਹੜੀ ਸ਼ਖਸੀਅਤ ਹੈ, ਮੈਂ ਇੰਨਾ ਕੁ ਕਹਾਂਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹਾ ਲੀਡਰ ਨਾ ਕਦੇ ਪਹਿਲਾਂ ਆਇਆ, ਨਾ ਹੀ ਕਦੇ ਆਉਣਾ। ਇਹ ਵੀ ਮੈਨੂੰ ਲੱਗਦਾ ਜਿਹੋ ਜਿਹੇ ਹਾਲਾਤ ਇਸ ਟਾਈਮ ਰਾਜਨੀਤੀ ਦੇ ਹੈਗੇ ਆ, ਰਾਜਨੀਤੀ ਦੇ ਵਿੱਚ ਜਿਹੋ ਜਿਹੇ ਅੱਜ ਕੱਲ ਆਚਰਣ ਆ ਚੁੱਕੇ ਆ, ਰਾਜਨੀਤੀ ਦੇ ਵਿੱਚ ਜਿਹੋ ਜਿਹਾ ਬੋਲਬਾਲਾ ਹੋ ਚੁੱਕਿਆ ਹੈ, ਗਿਰਾਵਟ ਆ ਚੁੱਕੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹਲੀਮੀ, ਉਹਨਾਂ ਨੇ ਆਪਣੇ ਤੋਂ ਛੋਟੇ ਵਰਕਰ ਨੂੰ, ਛੋਟੇ ਤੋਂ ਛੋਟੇ ਕੋਈ ਵੀ, ਚਾਹੇ ਬਿਲਕੁਲ ਗਰੀਬ ਇਨਸਾਨ ਤੋਂ ਲੈ ਕੇ ਮੁੱਖ ਮੰਤਰੀ ਤੱਕ ਕੋਈ ਉਹਨਾਂ ਨੂੰ ਮਿਲ ਜੇ, ਉਹਨਾਂ ਨੇ ਹਰੇਕ ਨਾਲ ਹਲੀਮੀ ਨਾਲ, ਸਰਦਾਰ ਸਾਹਿਬ, ਕਾਕਾ ਜੀ, ਇਸ ਤੋਂ ਬਿਨਾਂ ਉਹਨਾਂ ਨੇ ਕਦੇ, ਚਾਹੇ ਉਹਨਾਂ ਨੂੰ ਕੋਈ ਮੰਦਾ ਚੰਗਾ ਵੀ ਬੋਲ ਗਿਆ, ਬੜੇ ਵਾਰ ਬੋਲ ਗਏ ਨੇ, ਪਰ ਉਹਨਾਂ ਨੇ ਕਦੇ ਕਿਸੇ ਨੂੰ ਅੱਜ ਤੱਕ ਸਟੇਜ ਦੇ ਉੱਪਰੋਂ। ਬਿਲਕੁਲ ਮਠਾੜੂ ਸਾਹਿਬ, ਥੈਂਕ ਯੂ ਵੈਰੀ ਮਚ। ਬਿਲਕੁਲ ਸਹੀ, ਤੁਸੀਂ ਆਪਣੇ ਤਰੀਕੇ ਨਾਲ ਉਹਨਾਂ ਦਾ ਜ਼ਿੰਦਗੀ ਦਾ ਸਟਾਈਲ ਸੀ ਕੰਮ ਕਰਨ ਦਾ। ਇਸੇ ਕਰਕੇ 5 ਵਾਰੀ ਸ਼ਾਇਦ ਪੰਜਾਬੀਆਂ ਨੇ ਐਡਾ ਵੱਡਾ ਮਾਣ ਹੋਰ ਕਿਸੇ ਵੀ ਨੇਤਾ ਨੂੰ ਨਹੀਂ ਦਿੱਤਾ। ਜਿਸ ਮੁੱਦੇ 'ਤੇ ਆਪਾਂ ਗੱਲ ਕਰ ਰਹੇ ਹਾਂ ਚੰਨੀ ਜੀ, ਦੇਖੋ ਜੋ ਕੰਟਰੀਬਿਊਸ਼ਨ ਹੈ ਪ੍ਰਕਾਸ਼ ਸਿੰਘ ਬਾਦਲ ਦੀ, ਜਿੱਦਾਂ ਮੈਂ ਆਪ ਵੀ ਇਹ ਗੱਲ ਕਮੈਂਟ ਕਰ ਰਿਹਾ ਕਿ 5 ਵਾਰ ਮੁੱਖ ਮੰਤਰੀ ਹੋਣਾ ਕਿਧਰੇ ਨਾ ਕਿਧਰੇ ਉਹਨਾਂ ਦੀ ਕਾਰਜਸ਼ੈਲੀ ਦਾ ਹੀ ਹੁੰਗਾਰਾ ਹੋਏਗਾ। ਵਰਨਾ ਤਾਂ ਕਿਹਾ ਜਾਂਦਾ ਕਿ ਜੇ ਪਿੰਡ ਦਾ ਇੱਕ ਵਾਰ ਸਰਪੰਚ ਬਣ ਜਾਏ ਤਾਂ ਦੂਜੀ ਵਾਰ ਵੀ ਲੋਕੀ ਮੌਕਾ ਨਹੀਂ ਦਿੰਦੇ। ਬਿਲਕੁਲ ਇਹ ਇੱਕ ਮੁੱਦਾ ਹੈ, ਪਰ ਫਿਰ ਵੀ ਜਿੱਥੇ ਪੋਜ਼ਿਟਿਵ ਪਹਿਲੂ ਹੈ, ਦੂਜੇ ਪਾਸੇ ਸੋਸ਼ਲ ਮੀਡੀਆ ਜਾਂ ਕੋਈ ਤਰ੍ਹਾਂ ਵੱਲੋਂ ਉਹਨਾਂ ਦੇ ਕਾਰਜਕਾਲ ਦੇ ਸਮੇਂ ਦੇ ਬਾਰੇ 'ਚ ਬਹੁਤ ਸਾਰੇ ਸਵਾਲ ਵੀ ਉਠਾਏ ਜਾ ਰਹੇ ਆ। ਕਿਵੇਂ ਦੇਖਦੇ ਹੋ ਇਸ ਸਥਿਤੀ ਨੂੰ ਚੰਨੀ ਸਾਹਿਬ? ਬਾਦਲ ਦੇ ਜਾਣ ਨਾਲ ਮੈਂ ਸਮਝਦਾ ਕਿ ਸਿਆਸਤ ਦੀ ਇੱਕ ਯੁੱਗ ਦਾ ਹੋ ਗਿਆ। ਜਿਵੇਂ ਮੜਨ ਸਾਹਿਬ ਨੇ ਕਿਹਾ, ਜਿੰਨੀ ਹਲੀਮੀ ਸਮਝਦਾ ਕਿ ਹਿੰਦੁਸਤਾਨ ਦੇ ਕਿਸੇ ਵੀ ਸਿਆਸਤਦਾਨ ਚ ਇੰਨੀ ਹਲੀਮੀ ਹੋਵੇ। ਦੂਜੀ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਸ਼ਖਸੀਅਤ ਖੂਬੀ ਸੀ, ਉਹ ਕਿਸੇ ਨਾਲ ਵੈਰ ਵਿਰੋਧ ਦੀ ਪੋਲਿਟਿਕਸ ਨਹੀਂ ਸੀ ਖੇਡਦੀ। ਮੈਂ 50 ਸਾਲ ਤੋਂ ਛੱਤਰ ਰਿਹਾ, ਹਾਲਾਤ ਬਣੇ, ਮੈਂ ਛੱਡ ਕੇ ਬੀਜੇਪੀ 'ਚ ਆ ਗਿਆ, ਪਰ ਬਾਦਲ ਸਾਹਿਬ ਤੋਂ ਸ਼ਾਇਦ ਹੀ ਕਿਸੇ ਬੰਦੇ ਨੂੰ ਕੋਈ ਨਾਰਾਜ਼ਗੀ ਹੋਵੇ ਜਾਂ ਉਹਨਾਂ ਤੋਂ ਉਹ ਦੁਖੀ ਹੋਵੇ। ਮੈਂ ਇਹ ਦੱਸਦਾ ਕਿ ਉਹਨਾਂ ਨੇ ਜਦੋਂ ਵੈਂਡੀਡੇਟ ਦੀ ਜਿਹੜੀ ਪੋਲਿਟਿਕਸ ਸੀ ਉਹ ਤੋਂ ਬਿਲਕੁਲ ਦੂਰ। ਮੈਨੂੰ ਇੱਕ ਗੱਲ ਯਾਦ ਹੈ ਕਿ ਜਦੋਂ ਮੈਂ ਕਾਉਂਸਲਰ ਸੀ, ਕਿ ਸਾਡੇ ਖੰਨੇ ਦਾ ਜਿਹੜਾ ਪ੍ਰਧਾਨ ਸੀ ਉਹ ਕਾਂਗਰਸ ਦਾ ਸੀ, ਇਹ ਉਹਦੇ ਕਰਪਸ਼ਨ ਦੇ ਬਹੁਤ ਚਾਰਜਸ ਸੀ। ਅਸੀਂ ਇਨਕੁਆਇਰੀ ਕਰਾਈ, ਉਹਦੀ ਰਿਪੋਰਟ ਬਣ ਕੇ ਆ ਗਈ ਵੀ ਇਹਨੇ ਕਰਪਸ਼ਨ ਕੀਤੀ ਹੈ। ਅਸੀਂ ਸਰਕਟ ਹਾਊਸ ਗਏ, ਬਾਦਲ ਸਾਹਿਬ ਨੂੰ ਬੇਨਤੀ ਕੀਤੀ ਵੀ ਇਹ ਪ੍ਰਧਾਨ ਦੀ ਇਨਕੁਆਇਰੀ ਹੋ ਚੁੱਕੀ ਹੈ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਬਾਦਲ ਸਾਹਿਬ ਨੇ ਕੋਲ DIG ਪਰਮਜੀਤ ਸਿੰਘ ਬੈਠੇ ਸੀ, ਉਹਨੂੰ ਕਿਹਾ ਵੀ ਕਿਉਂ ਨਹੀਂ ਕਾਰਵਾਈ ਕਰਦੇ। ਇੰਨੇ ਚ ਅਰਨ ਗੋਇਲ ਡਿਪਟੀ ਕਮਿਸ਼ਨਰ ਸੀ, ਉਹਨਾਂ ਨੇ ਕਿਹਾ ਬਾਦਲ ਸਾਹਿਬ ਇਹ ਫਿੱਟ ਕੇਸ ਹੈ, ਕਰਪਸ਼ਨ ਦਾ, ਇਹਤੇ ਕਾਰਵਾਈ ਹੋਣੀ ਚਾਹੀਦੀ। ਬਾਦਲ ਸਾਹਿਬ ਨੇ DIG ਨੂੰ ਕਹਿਤਾ ਵੀ ਇਹਦੇ ਨਾ ਕਰਪਟ ਬੰਦਾ ਤਾਂ ਚਲੋ ਗੱਲਬਾਤ ਖਤਮ ਹੋ ਗਈ। 10 ਮੀਟਿੰਗ ਉਹਨਾਂ ਦੀ ਖਤਮ ਹੋ ਗਈ। ਮੀਟਿੰਗ ਖਤਮ ਹੋਣ ਤੋਂ ਬਾਅਦ ਨਾਲ ਹੀ DIG ਨੂੰ ਬੁਲਾ ਕੇ ਕਹਿੰਦੇ ਜੀ DIG ਸਾਹਿਬ ਮੇਰੇ ਕਹਿਣ ਤੇ ਪਰਚਾ ਨਾ ਦਰਜ ਕਰ ਦਿਓ, ਪਹਿਲਾਂ ਇੱਕ ਵਾਰ ਇਨਕੁਆਇਰੀ ਕਰ ਲਿਓ, ਕਿਤੇ ਗਰੀਬ ਮਾਰ ਨਾ ਹੋ ਜਾਵੇ। ਮਤਲਬ ਇੰਨੀ ਉਹਨਾਂ 'ਚ ਸੋਚ ਸੀ, ਚੰਗੀ ਸੋਚ ਸੀ ਕਿ ਕਿਸੇ ਨਾਲ ਕੋਈ ਧੱਕਾ ਨਾ ਹੋ ਜਾਏ, ਮਾੜੀ ਗੱਲ ਨਾ ਹੋ ਜਾਵੇ। ਨਹੀਂ ਤਾਂ ਜਿਹੜਾ ਲੀਡਰ ਹੈ ਉਹ ਕਹਿੰਦਾ ਮੇਰੇ ਵਰਕਰ ਖੁਸ਼ ਹੋ ਰਹੇ ਨੇ ਤਾਂ ਠੀਕ ਹੈ, ਪਰ ਉਹਨਾਂ ਨੇ ਕਿਹਾ ਵੀ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਜੀ। ਚੰਨੀ ਸਾਹਿਬ ਬਿਲਕੁਲ, ਚੰਨੀ ਜੀ ਬਿਲਕੁਲ ਜਿਹੜਾ ਇਸ ਮੁੱਦੇ ਤੇ ਤੁਸੀਂ ਆਪਣੀ ਵਜ੍ਹਾ ਫਰਮਾ ਰਹੇ ਹੋ, ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਦੇਖੋ ਇਹ ਤਾਂ ਹਾਈ ਹੈ ਜੋ ਤੁਸੀਂ ਕੰਟਰੀਬਿਊਸ਼ਨ ਦੀ ਗੱਲ ਕੀਤੀ ਹੈ। ਕਿਧਰੇ ਕੁਝ ਲੋਕ ਜਿੱਦਾਂ ਤੁਸੀਂ ਆਪਣੀ ਗੱਲ ਵੀ ਕੀਤੀ ਹੈ ਕਿ ਅਕਾਲੀ ਦਲ ਨੂੰ ਜਦੋਂ ਛੱਡ ਕੇ ਗਏ, ਇੰਨਾ ਜਿਹੜਾ ਕੰਮਕਾਰ ਵਾਲਾ ਹੇਠਲੀ ਜ਼ਮੀਨੀ ਹਕੀਕਤਾਂ ਨਾਲ ਜੁੜਿਆ ਨੇਤਾ, ਫਿਰ ਤੁਸੀਂ ਜਾਂ ਤੁਹਾਡੇ ਵਰਗੇ ਆਗੂ ਛੱਡ ਕੇ ਕਿਉਂ ਚਲੇ ਗਏ ਅਕਾਲੀ ਦਲ ਨੂੰ? ਇਹ ਮੇਰਾ ਬਾਦਲ ਸਾਹਿਬ ਨਾਲ ਕੋਈ ਨਹੀਂ ਸੀ। ਬਾਦਲ ਸਾਹਿਬ ਦੇ ਜਿਹੜੇ ਸੁਖਬੀਰ ਜੀ ਦੇ ਨਾਲ ਜਿਹੜੀ ਟੀਮ ਹੈ ਨਾ ਜੀ, ਉਹ ਟੀਮ ਨਾ ਤਾਂ ਉਹਨਾਂ ਨੂੰ ਸਹੀ ਸਲਾਹ ਦਿੰਦੀ ਹੈ,
ਤੁਸੀਂ ਦੇਖੋ 2012 ਤੋਂ ਬਾਅਦ ਬਾਦਲ ਸਾਹਿਬ ਨੇ ਸੁਖਬੀਰ ਅੱਗੇ ਆਇਆ ਤੇ ਬਾਦਲ ਸਾਹਿਬ ਨੇ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਬਾਦਲ ਸਾਹਿਬ ਕੁਝ ਖਾਸ ਗੱਲਾਂ 'ਚ ਜਿਹੜੀ ਪਾਰਟੀ ਦੇ ਮਾਮਲੇ ਸੀ ਉਹ 'ਚ ਕਹਿ ਦਿੰਦੇ ਸੀ ਜੀ ਸੁਖਬੀਰ ਜੀ ਨੂੰ ਮਿਲ ਲਓ, ਪਰ ਸੁਖਬੀਰ ਜੀ ਦੇ ਜਿਹੜੇ ਆਲੇ ਦੁਆਲੇ ਸਲਾਹਕਾਰ ਸੀ ਉਹਨਾਂ ਨੇ ਮੈਨੂੰ ਲੱਗਦਾ ਕਿ ਉਹਨਾਂ ਨੇ ਸਹੀ ਸਲਾਹ ਨਹੀਂ ਦਿੱਤੀ, ਜਿਹਦੇ ਕਾਰਨ ਕਰਕੇ ਅੱਜ ਇਹ ਹਾਲਾਤ ਬਣੇ ਤੇ ਸਾਡੇ ਵਰਗਿਆਂ ਨੂੰ ਪਾਰਟੀ ਛੱਡ ਦਿੱਤੀ। ਬਿਲਕੁਲ ਤੁਹਾਡਾ ਵਿਊ ਪੁਆਇੰਟ ਹੈਗਾ। ਨਰਪਿੰਦਰ ਧਾਲੀਵਾਲ, ਤੁਸੀਂ ਉਸ ਖਿੱਤੇ ਨਾਲ, ਜਿੱਦਾਂ ਮੈਂ ਸ਼ੁਰੂ 'ਚ ਤੁਹਾਡੇ ਇੰਟਰੋਡਕਸ਼ਨ ਵੇਲੇ ਵੀ ਇਹ ਗੱਲ ਕਹੀ ਹੈ, ਮਾਲਵਾ ਨਾਲ ਸੰਬੰਧ ਰੱਖਦੇ ਹੋ। ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਰਾਜਸੀ ਸਫ਼ਰ ਵੀ ਉਸੇ ਧਰਤੀ ਤੋਂ ਸ਼ੁਰੂ ਕੀਤਾ, ਕੇਂਦਰ ਦੇ ਵਿੱਚ ਪੰਜਾਬ ਦੇ 5 ਵਾਰ ਮੁੱਖ ਮੰਤਰੀ, ਐਡਾ ਵੱਡਾ ਮੁਕਾਮ ਹਾਸਲ ਕੀਤਾ ਉਹਨਾਂ ਨੇ। ਫਿਰ ਮਾਲਵੇ ਦੀ ਗੱਲ ਹੀ ਨਹੀਂ ਰਹੇਗੀ, ਫਿਰ ਤਾਂ ਮਾਝਾ ਦੁਆਬਾ ਉਹਨਾਂ ਲਈ ਸਾਰੇ ਬਰਾਬਰ ਹੋ ਗਏ ਸੀ। ਇਸ ਸਥਿਤੀ ਦੇ ਵਿੱਚ ਜੋ ਕੁਝ ਉਹਨਾਂ ਦਾ ਹਾਸਲ ਹੈ ਉਹ ਸਾਹਮਣੇ ਹੈ, ਪਰ ਜੋ ਇੱਕ ਖਲਾਅ ਉਹਨਾਂ ਦੇ ਤੁਰ ਜਾਣ ਬਾਅਦ, ਜੋ ਮਠਾੜੂ ਸਾਹਿਬ ਖੁਦ ਵੀ ਮੰਨਦੇ ਆ ਕਿ ਬਹੁਤ ਵੱਡੇ ਕਦਾਵਰ ਆਗੂ, ਉਹਨਾਂ ਵਰਗਾ ਆਗੂ ਹੋਣਾ ਬਹੁਤ ਮੁਸ਼ਕਿਲ ਹੈ। ਇਸ ਪ੍ਰਾਪਤੀ ਦੇ ਨਾਲ ਨਾਲ ਇਸ ਖਲਾਅ ਨੂੰ ਕਿਵੇਂ ਦੇਖਦੇ ਹੋ? ਦੇਖੋ, ਬਾਦਲ ਸਾਹਿਬ ਬਾਰੇ ਇੱਕ ਗੱਲ ਤਾਂ ਹੈ ਵੀ ਪੰਜਾਬ ਤੇ ਜਿਹੜੀ ਸਾਡੀ ਅਕਾਲੀ ਸਿਆਸਤ ਹੈ ਉਹਨਾਂ 'ਚ ਉਹਨਾਂ ਦੀ ਅਹਿਮ ਭੂਮਿਕਾ ਰਹੀ ਹੈ ਤੇ ਉਹਨਾਂ ਨੇ ਆਪਦੀ ਹਲੀਮੀ ਨਾਲ ਮਤਲਬ ਪਾਰਟੀ ਪ੍ਰਤੀ ਵਫਾਦਾਰੀ ਰੱਖਦਿਆਂ ਪਾਰਟੀ ਨੂੰ ਅੱਗੇ ਵਧਾਇਆ ਤੇ ਉਹ ਭਲੀ ਭਾਂਤ ਜਾਣਦੇ ਸੀਗੇ ਵੀ ਪੰਜਾਬ ਅੰਦਰ ਜੇ ਰਾਜ ਕਰਨਾ ਹੈ ਤਾਂ ਸਿੱਖਾਂ ਦੇ ਨਾਲ ਹਿੰਦੂ ਭਾਈਚਾਰੇ ਨੂੰ ਵੀ ਨਾਲ ਲੈ ਕੇ ਚੱਲਣਾ ਪੈਣਾ ਹੈ। ਹਾਲਾਂਕਿ ਉਹਨਾਂ ਦੀ ਇਸ ਮਾਮਲਿਆਂ ਤੇ ਕਈ ਵਾਰੀ ਆਲੋਚਨਾ ਵੀ ਹੋਈ, ਪਰ ਉਹ ਆਲੋਚਨਾ ਨੂੰ ਸਹਾਰਨਾ ਜਾਣਦੇ ਸੀਗੇ। ਹੁਣ ਉਹਨਾਂ ਦੇ ਜਿਹੜਾ ਹੈਗਾ ਜਾਣ ਤੋਂ ਬਾਅਦ ਜਿਹੜਾ ਖਲਾਅ ਪੈਦਾ ਹੋਇਆ ਹੈ ਉਹਦੇ ਵਿੱਚ ਬੜਾ ਸਾਫ਼ ਹੈ ਵੀ ਸਿਆਸੀ ਕੋਈ ਜਿਹੜਾ ਵਾਰਸ ਹੈ ਉਹਨਾਂ ਦੇ ਮੁਕਾਬਲੇ ਜਿਹੜਾ ਪਹੁੰਚਣਾ ਕੋਈ ਸਖਾਲਾ ਕੰਮ ਨਹੀਂ, ਕਿਉਂਕਿ ਪਿਛਲੇ ਸਮੇਂ 'ਚ ਜਿਹੜੀ ਪਾਰਟੀ ਹੈ ਉਹ ਵੱਖ-ਵੱਖ ਕਾਰਨਾਂ ਕਰਕੇ ਹਾਸ਼ੀਏ ਤੇ ਚਲੀ ਗਈ ਤੇ ਇਹਨਾਂ ਸਮਿਆਂ ਦੇ ਵਿੱਚ ਤਾਂ ਪਾਰਟੀ ਆਪਣੀ ਹੋਂਦ ਨੂੰ ਬਚਾਉਣ 'ਚ ਲੱਗੀ ਹੋਈ ਆ ਤੇ ਇਹੋ ਜਿਹਾ ਕੋਈ ਕੱਦਾਵਰ ਨੇਤਾ ਹਜੇ ਨਜ਼ਰ ਵੀ ਨਹੀਂ ਆ ਰਿਹਾ ਜਿਹੜਾ ਕੋਈ ਬਾਦਲ ਸਾਹਿਬ ਦੀ ਭਰਪਾਈ ਕਰ ਸਕੇ। ਹਾਂਜੀ, ਇਸ ਕਰਕੇ ਹਜੇ ਜਿਹੜਾ ਇਹ ਆਉਣ ਵਾਲੇ ਸਮਾਂ ਦੱਸੇਗਾ ਜੀ, ਬਿਲਕੁਲ ਕਿ ਆਉਣ ਵਾਲਾ ਸਮਾਂ ਦੱਸੇਗਾ ਸਥਿਤੀ ਕਿਸ ਕਦਰ ਬਦਲੇਗੀ। ਚੱਪੜ ਜੀ, ਇਸ ਮੁੱਦੇ ਤੇ ਮੈਂ ਇਸ ਤੋਂ ਪਹਿਲਾਂ ਕਿ ਜੰਮੂ ਜੀ ਜਰਨਲਿਸਟ ਸਾਡੇ ਉਹ ਵੀ ਸਾਡੇ ਨਾਲ ਬਣੇ ਪਏ, ਉਹਨਾਂ ਤੋਂ ਜਵਾਬ ਲਈਏ ਆਪਾਂ। ਜੋਗਿੰਦਰ ਸਿੰਘ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਬਿਲਕੁਲ ਆ ਰਹੀ ਹੈ ਜੀ। ਜੀ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਤੁਰ ਜਾਣ ਬਾਅਦ ਜੋ ਉਹਨਾਂ ਦੀ ਕੰਟਰੀਬਿਊਸ਼ਨ, ਜਿੱਦਾਂ ਅੱਜ ਉੱਥੇ ਉਹਨਾਂ ਦੇ ਸੰਸਕਾਰ ਦੇ ਮੌਕੇ 'ਤੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਦੇ ਕੌਮੀ ਪੱਧਰ ਦੇ ਆਗੂ ਸ਼ਮੂਲੀਅਤ ਜਿਹੜੀ ਹੈਗੀ ਆ, ਉਸ ਤੋਂ ਉਹ ਇੱਕ ਤਰ੍ਹਾਂ ਦਾ ਲੱਗਦਾ ਸੀ ਕਿ ਜੋ ਪ੍ਰਕਾਸ਼ ਸਿੰਘ ਬਾਦਲ ਵਿਚਰੇ ਸਿਆਸਤ ਦੇ ਵਿੱਚ ਉਹਨਾਂ ਦਾ ਇੱਕ ਹਾਸਲ ਸੀ। ਪਰ ਵੱਡਾ ਸਵਾਲ ਨਾਲ ਇਹ ਵੀ ਹੈ ਕਿ ਇੱਕ ਖਲਾਅ ਵੀ ਪੈਦਾ ਹੋਇਆ ਉਹਨਾਂ ਦੇ ਤੁਰ ਜਾਣ ਬਾਅਦ। ਸਿੱਧੂ ਸਾਹਿਬ, ਗੱਲ ਇਹ ਹੈ, ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਬੇਅੰਤ ਸਿੰਘ ਦੇ ਰਾਜ ਦੇ ਵਿੱਚ ਇੱਕ ਵਾਰੀ ਗਿੱਦੜਬਾਹੇ ਦੀ ਬਾਈ ਇਲੈਕਸ਼ਨ ਹੋਈ ਸੀ, ਮਨਪ੍ਰੀਤ ਬਾਦਲ ਖੜਾ ਸੀ ਜੀ, ਤਾਂ ਮੈਂ ਸਰਦਾਰ ਜਸਦੇਵ ਸਿੰਘ ਸੰਧੂ ਮਰਹੂਮ ਮੇਰੇ ਰਾਜਨੀਤਿਕ ਆਗੂ, ਉਹਨਾਂ ਦੇ ਨਾਲ ਮੈਂ ਬੜੀ ਛੋਟੀ ਉਮਰ ਦੇ ਵਿੱਚ ਗਿੱਦੜਬਾਹੇ ਚੋਣਾਂ 'ਚ ਗਿਆ ਸੀ ਤੇ ਉਦੋਂ ਮੈਂ ਇਹਨਾਂ ਦੀ ਹਲੀਮੀ ਦੇਖੀ ਸੀ। ਹਲੀਮੀ ਦੇ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜ਼ਰੂਰ ਜਾਣੇ ਜਾਂਦੇ ਸੀ ਔਰ ਇਸ ਹਲੀਮੀ ਦੇ ਵਿੱਚੋਂ ਹੀ ਉਹ ਆਪਣੀਆਂ ਰਾਜ ਸ਼ਕਤੀਆਂ ਪ੍ਰਾਪਤ ਕਰ ਲੈਂਦੇ ਸੀ ਤੇ ਆਪਣੇ ਨਾਲ ਵਿਧਾਨਕਾਰਾਂ ਨੂੰ ਤੇ ਲੋਕਾਂ ਨੂੰ ਜੋੜ ਕੇ ਰੱਖਦੇ ਸੀ। ਤੇ ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਲਈ ਭਾਵੇਂ ਉਹ ਕਿਸਾਨਾਂ ਦੇ ਲਈ ਫ੍ਰੀ ਬਿਜਲੀ ਹੋਵੇ, ਭਾਵੇਂ ਆਟਾ ਦਾਲ ਸਕੀਮ ਹੋਵੇ, ਜਿਹੜੀਆਂ ਅੱਗੇ ਜਾ ਕੇ ਦੂਜੀਆਂ ਸਰਕਾਰਾਂ ਨੇ ਵੀ ਚਾਲੂ ਰੱਖੀਆਂ, ਇਹੋ ਜਿਹੀਆਂ ਬਹੁਤ ਕਿਸਾਨਾਂ ਤੇ ਮੁਲਾਜ਼ਮਾਂ ਤੇ ਮਜ਼ਦੂਰਾਂ ਦੇ ਭਲੇ ਵਾਲੀਆਂ ਸਕੀਮਾਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਸਮੇਂ ਆਈਆਂ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕੀ ਹੁਣ ਇਹ ਖਲਾਅ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਭਰਿਆ ਜਾਏਗਾ, ਮੈਂ ਤਾਂ ਇਹ ਸਮਝਦਾ ਕਿ ਸਰਦਾਰ ਬਾਦਲ ਤਾਂ ਪਿਛਲੇ ਲੰਬੇ ਸਮੇਂ ਤੋਂ ਇੱਕ ਤਰ੍ਹਾਂ ਦਾ ਉਹਨਾਂ ਨੇ ਰਾਜਨੀਤੀ ਦਾ ਸੰਨਿਆਸ ਹੀ ਲੈ ਲਿਆ ਸੀ ਤੇ ਜਿਹੜੀ ਪਿਛਲੀ ਚੋਣ ਹੈ ਇਹ ਵੀ ਉਹਨਾਂ ਨੇ ਜੱਕੋ ਤੱਕੀ 'ਚ ਲੜੀ ਸੀ। ਉਹ ਤਾਂ ਲੜਨਾ ਵੀ ਨਹੀਂ ਸ਼ਾਇਦ ਚਾਹੁੰਦੇ ਸੀ, ਲੇਕਿਨ ਲੜਾਈ ਗਈ ਸੀ। ਸੋ ਹੁਣ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਹੀ ਇਹ ਪੋਲਿਟਿਕਸ ਆਈ ਹੋਈ ਸੀ ਤੇ ਉਹਨਾਂ ਦੇ ਹੱਥ ਜਿਹੜੀ ਇਹ ਅਕਾਲੀ ਦਲ ਦੀ ਪ੍ਰਧਾਨਗੀ ਹੈ ਉਹ ਸਾਰੀ ਆਪਾਂ ਭਲੀ ਭਾਂਤ ਦੇਖ ਚੁੱਕੇ ਹਾਂ ਕਿ 3 ਸੀਟਾਂ ਤੇ ਅਕਾਲੀ ਦਲ ਆ ਗਿਆ। ਹਾਂ, ਇਹ ਗੱਲ ਜ਼ਰੂਰ ਹੈ
ਕਿ ਜਿੰਨੀ ਦੇਰ ਪੰਜਾਬ ਦੇ ਵਿੱਚ ਦੇਖੋ ਦੋ ਰਾਜਨੀਤਿਕ ਲੀਡਰਾਂ ਨੂੰ ਪੰਜਾਬ ਹਮੇਸ਼ਾ ਅਕਾਲੀ ਦਲ ਨੂੰ ਜਾਣਦਾ ਰਹੇਗਾ। ਇੱਕ ਲੀਡਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਦੂਜਾ ਪ੍ਰਕਾਸ਼ ਸਿੰਘ ਬਾਦਲ। ਪੰਥ ਰਤਨ ਗੁਰਚਰਨ ਸਿੰਘ ਟੌਹੜਾ ਜਿਵੇਂ ਕੜੀਆਂ ਵਾਲੇ ਘਰ ਦੇ ਵਿੱਚੋਂ ਰਾਜਨੀਤੀ ਸ਼ੁਰੂ ਕਰੀ, ਉਵੇਂ ਹੀ ਉਹ ਉਸ ਦਰਵੇਸ਼ ਸਿਆਸਤਦਾਨ ਗਰੀਬੀ 'ਚ ਉੱਠਿਆ ਤੇ ਉਸੇ ਕੜੀਆਂ ਵਾਲੇ ਘਰ ਦੇ ਵਿੱਚ ਆਪਣੀ ਰਾਜਨੀਤੀ ਨੂੰ ਸਮਾਪਤ ਕਰਕੇ ਸੁਰਖਰੂ ਹੋ ਕੇ ਚਲੇ ਗਏ। ਹਾਂ, ਇਹ ਵੀ ਠੀਕ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰੀ CM ਰਹਿ ਲਏ, MLA ਰਹਿ ਲਏ ਤੇ ਕੇਂਦਰੀ ਮੰਤਰੀ ਰਹਿ ਲਏ, ਲੇਕਿਨ ਅੱਜ ਪੰਜਾਬ ਜਿਸ ਕਦਰ ਜਿੱਥੇ ਖੜਾ ਹੈ ਤੇ ਉਹ ਆਪਣੇ ਸਾਰਿਆਂ ਦੇ ਸਾਹਮਣੇ ਹੈ। ਮੈਂ ਪਰਿਵਾਰ ਦੇ ਨਾਲ ਜਿੱਥੇ ਅਫਸੋਸ ਜ਼ਾਹਰ ਵੀ ਕਰਦਾ ਤੇ ਮੈਂ ਮਹਿਸੂਸ ਕਰਦਾ ਕਿ ਉਹ ਧਰਤੀ ਦੇ ਨਾਲ ਜੁੜੇ ਹੋਏ ਲੀਡਰ ਸੀ। ਲੇਕਿਨ ਜਦੋਂ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿ ਅਕਾਲੀ ਪੋਲਿਟਿਕਸ ਜਿਹੜੀ ਸੀ ਉਹ ਮੋਰਚਿਆਂ ਦੇ ਵਿੱਚੋਂ, ਜੇਲ੍ਹਾਂ ਦੇ ਵਿੱਚੋਂ ਉੱਭਰੀ ਹੋਈ ਰਾਜਨੀਤੀ ਸੀ, ਜਿਹੜੇ ਕਿ ਸਾਡੇ ਬਜ਼ੁਰਗ ਹਮੇਸ਼ਾ ਜਾਂਦੇ ਸੀ ਪਿੰਡਾਂ ਦੇ। ਉਹ ਬਜ਼ੁਰਗ ਇਲਾਕੇ ਦੇ MLA ਨਾਲ ਸੰਬੰਧ ਘੱਟ ਰੱਖਦੇ ਸੀ, ਸਿੱਧੇ ਇਹਨਾਂ ਵੱਡੇ ਲੀਡਰਾਂ ਨਾਲ, ਬਾਦਲ ਸਾਹਿਬ ਨਾਲ ਸੰਬੰਧ ਰੱਖਦੇ ਸੀ, ਜਿਹਦੇ ਕਾਰਨ ਬਾਦਲ ਸਾਹਿਬ ਨੇ ਹਮੇਸ਼ਾ ਅੱਗੇ ਵਧਦੇ ਗਏ। ਜਦੋਂ ਤੋਂ ਇਹ ਪੋਲਿਟਿਕਸ ਨਵੇਂ ਯੰਗ ਮੁੰਡਿਆਂ ਦੇ ਹੱਥਾਂ 'ਚ ਆਉਂਦੀ ਗਈ, ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕੋਈ SOI ਬਣਾ ਲਈ, ਕੋਈ ਹੋਰ ਆਈ ਬਣਾ ਲਈ, ਤਾਂ ਅਕਾਲੀ ਦਲ ਨੂੰ ਅਕਾਲੀ ਦਲ ਮੰਨਫੀ ਹੋਈ ਗਿਆ ਤੇ ਇਹ ਸਾਰਾ ਕੁਝ ਵਰਤਾਰਾ ਵਰਤਦਾ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਗਰਭ ਦੇ ਵਿੱਚ ਗੱਲ ਹੈ ਕਿ ਹੁਣ ਅਕਾਲੀ ਦਲ ਕਿਸ ਪਾਸੇ ਵੱਲ ਜਾਏਗਾ। ਜੀ, ਥੈਂਕ ਯੂ ਵੈਰੀ ਮਚ ਪ੍ਰਸਾਦ। ਬਲਵਿੰਦਰ ਜੰਮੂ, ਤੁਸੀਂ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਨੂੰ ਬਹੁਤ ਬਰੀਕੀ ਨਾਲ ਦੇਖਿਆ ਵੀ ਹੈ, ਕਵਰ ਵੀ ਕੀਤਾ ਹੈ। ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਰਾਜਨੀਤੀ ਜਿਹਦਾ 75 ਸਾਲ ਦੀ ਗੱਲ ਕਰਦੇ ਹੈ, ਸਭ ਤੋਂ ਵੱਡਾ ਲੰਬਾ ਪ੍ਰਭਾਵ ਸੁਭਾਵਿਕ ਹੈ। 5 ਵਾਰ ਜਿਹੜੇ ਮੁੱਖ ਮੰਤਰੀ ਰਹੇ ਹੋਣਗੇ, ਪ੍ਰਭਾਵ ਵੀ ਉਸੇ ਢੰਗ ਨਾਲ ਹੀ ਨਾਪਿਆ ਤੇ ਦੇਖਿਆ ਜਾਂਦਾ ਹੈ। ਉਹਨਾਂ ਦੀ ਪਰਫਾਰਮੈਂਸ ਬਾਰੇ, ਜਿਸ ਤਰ੍ਹਾਂ ਅੱਜ ਇਕੱਠ ਦੇ ਵਿੱਚ ਜਿਹੜਾ ਹੈਗਾ ਪੰਜਾਬ ਦੇਸ਼ ਦੇ ਸੂਬਿਆਂ ਦੇ ਮੁੱਖ ਮੰਤਰੀ, ਦੂਜੇ ਵੱਡੇ ਆਗੂ, ਇੱਕ ਉਹ ਤਾਂ ਹਾਈ ਐਜ ਦਾ ਮੈਂ ਕਹਿ ਰਿਹਾ ਕਿ ਉਹਨਾਂ ਦਾ ਵੱਡਾ ਹਾਸਲ ਕਿ ਉਹਨਾਂ ਦੇ ਤੁਰ ਜਾਣ ਬਾਅਦ ਵੀ ਇਸ ਤਰ੍ਹਾਂ ਲੋਕਾਂ ਨੇ ਆ ਕੇ ਉਹਨਾਂ ਦੇ ਪ੍ਰਤੀ ਆਪਣਾ ਆਭਾਰ ਜਿਹੜਾ ਉਹਦਾ ਪ੍ਰਗਟ ਕੀਤਾ ਹੈ। ਪਰ ਦੂਜੇ ਪਾਸੇ ਜਿਹੜੀ ਮੌਜੂਦਾ ਸਥਿਤੀ ਹੈ ਉਸ ਨੂੰ ਬੀਇੰਗ ਏ ਜਰਨਲਿਸਟ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਿੱਥੋਂ ਤੱਕ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਸੰਬੰਧ ਹੈ, 5 ਵਾਰੀ ਉਹਨਾਂ ਦਾ ਮੁੱਖ ਮੰਤਰੀ ਬਣਨਾ ਇਹ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਤੇ ਦੇਸ਼ ਦੇ ਇਹੋ ਜਿਹੇ ਕਿੰਨੇ ਕੁ ਆਗੂ ਆ ਜਿਨ੍ਹਾਂ ਨੂੰ 5 ਵਾਰੀ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ। ਕਈ ਤਾਂ ਵਿੱਚ ਵਿਚਾਲੇ 5 ਸਾਲ ਵੀ ਨਹੀਂ ਪੂਰੇ ਕੀਤੇ, 2-2 ਸਾਲ ਬਾਅਦ ਬਦਲਦੇ ਰਹੇ, ਮਹੀਨਿਆਂ ਵਾਲੇ ਵੀ। ਹਾਂਜੀ, ਤੋਂ ਬਹੁਤ ਸਾਰੇ ਮਤਲਬ ਇਸ ਤਰੀਕੇ ਦੇ ਦੇਸ਼ ਦੇ ਵਿੱਚ ਮੁੱਖ ਮੰਤਰੀ ਤੁਹਾਨੂੰ ਮਿਲ ਜਾਣਗੇ। ਬਾਦਲ ਸਾਹਿਬ ਦੇ ਵਿੱਚ ਕਾਫੀ ਸਾਰੀਆਂ ਖੂਬੀਆਂ ਸੀਗੀਆਂ ਜਿਨ੍ਹਾਂ ਦੀ ਚਰਚਾ ਮੇਰੇ ਤੋਂ ਪਹਿਲਾਂ ਜਿਹੜੇ ਬੋਲਣ ਵਾਲੇ ਉਹਨਾਂ ਕੀਤੀ ਹੈ, ਜਿਹਦੇ ਵਿੱਚ ਨਰਮ ਸੁਭਾਅ, ਹਲੀਮੀ, ਕਿਸੇ ਨੂੰ ਉੱਚਾ ਨਹੀਂ ਬੋਲਣਾ, ਇਹ ਸਾਰੀਆਂ ਗੱਲਾਂ, ਤੇ ਇਸੇ ਕਰਕੇ ਉਹਨਾਂ ਨੂੰ ਇੰਨੀ ਵਾਰੀ ਜਿਹੜਾ ਮੌਕਾ ਮਿਲਿਆ। ਬਹੁਤ ਵਾਰੀ ਉਹ MLA ਬਣੇ ਤੇ ਲਾਸਟ ਚੋਣ ਉਹ ਹਾਰ ਗਏ। ਜਦੋਂ ਅਸੀਂ ਇਹ ਦੇਖਦੇ ਹਾਂ ਮਤਲਬ ਅਕਾਲੀ ਦਲ ਦਾ ਇਹ ਤੋਂ ਅੱਗੇ ਕੀ ਹੋਏਗਾ, ਦਰਅਸਲ ਸਾਨੂੰ ਥੋੜ੍ਹਾ ਜਿਹਾ ਪਿੱਛੇ ਨੂੰ ਜਾਣ ਦੀ ਲੋੜ ਹੈਗੀ ਹੈ। ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਇਹ ਫੈਡਰਲਿਜ਼ਮ ਦੇ ਉੱਪਰ ਜਿਹੜੀ ਉਸਰੀ ਹੋਈ ਸਿਆਸਤ ਹੈ, ਇਹ ਇੱਕ ਅੰਦੋਲਨ 'ਚੋਂ ਨਿਕਲੀ ਪਾਰਟੀ ਹੈ। ਤੇ ਬਾਦਲ ਸਾਹਿਬ ਦੇ ਹੁੰਦਿਆਂ ਹੋਇਆਂ ਜਦੋਂ ਅਕਾਲੀ ਦਲ ਨੇ ਉਹ ਆਪਣਾ ਪੈਂਤੜਾ ਜਿਹੜਾ ਉਹ ਆਪਣੀ ਸਿਆਸਤ ਜਿਹੜੀ ਛੱਡਣੀ ਸ਼ੁਰੂ ਕਰ ਦਿੱਤੀ, ਤੇ ਹੌਲੀ ਹੌਲੀ ਉਹਨਾਂ ਦੇ ਹੁੰਦੇ ਹੋਈ ਜਿਹੜੀ ਅਕਾਲੀ ਦਲ ਦੀ ਤਾਕਤ ਜਿਹੜੀ ਖੁਰਨੀ ਸ਼ੁਰੂ ਹੋ ਗਈ। ਇਹ ਪਤਾ ਨਹੀਂ ਜਾ ਕੇ ਕਿੱਥੇ ਰੁਕੇਗੀ। ਸਭ ਤੋਂ ਪਹਿਲਾਂ ਜਿਹੜੀ ਪਾਰਟੀ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਵਕਾਲਤ ਕਰਦੀ ਹੈ, ਉਹਨੇ ਜੰਮੂ ਕਸ਼ਮੀਰ ਦੇ ਮਾਮਲੇ ਦੇ ਉੱਪਰ ਜਦੋਂ ਧਾਰਾ 370 ਤੋੜੀ ਗਈ, 35A ਤੋੜੀ ਗਈ, ਉਹਦੇ ਹੱਕ 'ਚ ਵੋਟ ਪਾਈ। ਮਤਲਬ ਵਕਾਲਤ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਕਰੀਏ, ਅੰਦੋਲਨ ਉਹਦੇ ਲਈ ਲੜੀਏ ਵੱਧ ਅਧਿਕਾਰਾਂ ਲਈ, ਵੋਟ ਅਸੀਂ ਉਹਦੇ ਉਲਟ ਪਾਈਏ। ਨੰਬਰ 1 ਜਿਹੜੀ ਗੱਲ ਮੈਨੂੰ ਲੱਗਦੀ ਹੈ। ਨੰਬਰ 2, ਜਿਹੜਾ ਅਕਾਲੀ ਦਲ ਧਰਮ ਆਧਾਰਿਤ ਪਾਰਟੀ ਹੈਗੀ ਆ, ਜਿਹੜੇ ਪੈਂਤੜੇ ਇਹਦੇ ਉੱਪਰ ਲੈ ਗਏ, ਜਿਹੜੀ ਡੇਰਾ ਸਿਰਸਾ ਨੂੰ ਮਾਫੀ ਮਿਲੀ, ਬਾਅਦ ਦੇ ਵਿੱਚ ਦਬਾਅ ਕਾਰਨ ਮਾਫੀ ਵਾਪਸ ਲੈਣੀ ਪਈ। ਉਸ ਤੋਂ ਬਾਅਦ ਜਿਹੜੀਆਂ ਘਟਨਾਵਾਂ ਵਾਪਰੀਆਂ, ਜਿਹੜਾ ਬਰਗਾੜੀ ਵਾਪਰਿਆ, ਉਹਦੇ ਨਾਲ ਕੋਟਕਪੂਰਾ 'ਚ ਗੋਲੀ ਚੱਲੀ, ਉਸ ਤੋਂ ਬਾਅਦ ਜਦੋਂ ਇਹਨਾਂ ਦੀ ਸਰਕਾਰ ਸੀਗੀ, ਕੋਈ 20-25 ਦਿਨ ਪੰਜਾਬ ਦੇ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਸੀ ਰਹਿ ਗਈ। ਚੱਬੇਵਾਲ ਦੇ ਵਿੱਚ ਇਕੱਠ, ਤੇ ਚੱਬੇਵਾਲ 'ਚ ਜਿਹੜੀ ਸਿਆਸਤ ਹੋਈ ਉਹ ਇਕੱਠ ਫੇਰ ਖਿੰਡ ਗਿਆ। ਮਤਲਬ ਇਹ ਜਿਹੜੀ ਸਥਿਤੀ ਹੈ ਇਹ ਬਾਦਲ ਸਾਹਿਬ ਦੇ ਹੁੰਦਿਆਂ ਬਣੀ। ਪਾਰਟੀ ਜਦੋਂ 17 ਦੀਆਂ ਚੋਣਾਂ ਹੋਈਆਂ, ਕੈਪਟਨ ਅਮਰਿੰਦਰ ਸਿੰਘ ਆਏ, ਉਦੋਂ ਮਤਲਬ ਘਟ ਕੇ ਜਿਹੜੀ ਹੈ ਇਹ 14-15 ਇਹਨਾਂ ਦੇ MLA ਰਹਿ ਜਾਂਦੇ ਆ। ਉਹ ਤੋਂ ਅਗਲੀ ਜਿਹੜੀ ਚੋਣ ਆਉਂਦੀ ਆ ਉਹਦੇ ਵਿੱਚ 3 MLA ਰਹਿ ਜਾਂਦੇ।
ਜਿਹੜੇ ਬਾਦਲ ਸਾਹਿਬ ਜਿਹੜੇ ਕਦੇ ਹਾਰੇ ਹੀ ਨਹੀਂ ਸੀਗੇ, ਉਹਨਾਂ ਨੂੰ ਹਾਰਨਾ ਪੈਂਦਾ। ਸੁਖਬੀਰ ਬਾਦਲ ਹੁਣੀ ਹਾਰ ਜਾਂਦੇ ਆ। ਮਤਲਬ ਕੇਵਲ 3 MLA, ਇੱਕ ਮਾਝੇ ਤੋਂ, ਇੱਕ ਦੁਆਬੇ ਚੋਂ ਤੇ ਇੱਕ ਮਾਲਵੇ ਚੋਂ, ਇੱਥੋਂ ਤੱਕ ਸਿਮਟ ਦਾ। ਇਹ ਕਾਰਨ ਕੀ ਹੋਇਆ? ਇਹ ਬਾਦਲ ਸਾਹਿਬ ਦੇ ਜਿਉਂਦੇ ਜੀ ਸਾਰਾ ਕੁਝ ਵਾਪਰਿਆ। ਜਿਹੜਾ ਅਕਾਲੀ ਦਲ ਅੰਦੋਲਨਾਂ ਲਈ ਜਾਣਿਆ ਜਾਂਦਾ ਸੀ, ਵੱਧ ਅਧਿਕਾਰਾਂ ਲਈ ਜਾਣਿਆ ਜਾਂਦਾ ਸੀ, ਉਹ ਸਾਰੀਆਂ ਜਦੋਂ ਪੋਜੀਸ਼ਨਾਂ ਅਕਾਲੀ ਦਲ ਨੇ ਛੱਡੀਆਂ, ਇਸ ਕਰਕੇ ਇਹਨਾਂ ਦੀ ਸਥਿਤੀ। ਫਿਰ 3 ਖੇਤੀ ਕਾਨੂੰਨਾਂ ਦਾ ਮਾਮਲਾ ਆ ਜਾਓ, ਪਹਿਲਾਂ ਸਟੈਂਡ ਹੋਰ, ਫਿਰ ਹੋਰ। ਬਾਦਲ ਸਾਹਿਬ ਵੀ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਬੋਲੇ, ਫਿਰ ਵਿਰੋਧ ਦੇ ਵਿੱਚ ਜਾਣਾ ਪਿਆ। ਮਤਲਬ ਇਹ ਜਿਹੜੀ ਨੀਤੀ ਸੀਗੀ ਅਕਾਲੀ ਦਲ ਨੇ, ਜਿਹੜੇ ਆਪਣੇ ਵੱਧ ਅਧਿਕਾਰਾਂ ਲਈ, ਸੂਬਿਆਂ ਦੇ ਹੱਕਾਂ ਲਈ ਇੱਥੇ ਲੜਨ ਦਾ ਮਾਮਲਾ ਸੀਗਾ, ਉਹ ਜਦੋਂ ਛੱਡਿਆ ਤਾਂ ਅਕਾਲੀ ਦਲ ਦੀ ਇਹ ਸਥਿਤੀ ਇਵੇਂ ਹੋ ਗਈ। ਇਹਦੇ ਤੋਂ ਬਾਅਦ ਹੋਏਗਾ ਕੀ? ਜੇ ਅਕਾਲੀ ਦਲ ਅੱਜ ਵੀ ਆਪਣੀਆਂ ਉਹਨਾਂ ਪੋਜੀਸ਼ਨਾਂ ਤੇ ਨਹੀਂ ਆਉਂਦਾ ਜਿਨ੍ਹਾਂ ਲਈ ਅਕਾਲੀ ਦਲ ਜਾਣਿਆ ਜਾਂਦਾ, ਫੈਡਰਲਿਜ਼ਮ ਲਈ, ਵੱਧ ਅਧਿਕਾਰਾਂ ਲਈ, ਆਮ ਜਨਤਾ ਦੇ ਅਧਿਕਾਰਾਂ ਲਈ, ਜੇ ਅਕਾਲੀ ਦਲ ਉਹਨਾਂ ਲਈ ਨਹੀਂ ਸਟੈਂਡ ਕਰੇਗਾ ਤੇ ਅਕਾਲੀ ਦਲ ਦੀ ਸਥਿਤੀ ਜਿਹੜੀ ਆ ਉਹ ਸੁਧਰ ਨਹੀਂ ਲੱਗੀ। ਅਕਾਲੀ ਦਲ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਇੱਕ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਵਿੱਚ ਇੱਕ ਖਾਸੀਅਤ ਸੀ, ਉਹ ਲੋਕਾਂ ਨੂੰ ਜੋੜ ਕੇ, ਲੀਡਰਸ਼ਿਪ ਨੂੰ ਵੀ ਜੋੜ ਕੇ ਰੱਖਦੇ ਸੀਗੇ। ਪਰ ਜਦੋਂ ਇਹ ਇਸ਼ੂ ਆਏ ਜਿਹੜਾ ਬਰਗਾੜੀ ਦਾ ਆਇਆ, ਉਸ ਤੋਂ ਬਾਅਦ ਕਿੰਨੇ ਆਗੂ ਛੱਡ ਕੇ ਗਏ। ਉਹਨਾਂ ਦੇ ਵਿੱਚ ਬ੍ਰਹਮਪੁਰਾ ਵੱਖਰੇ ਸ਼ਾਮਲ ਨੇ, ਫਿਰ ਸੇਖਵਾਂ ਸਾਹਿਬ ਸ਼ਾਮਲ ਨੇ, ਉਹ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਨੇ, ਕਈ, ਬੀਬੀ ਜਗੀਰ ਕੌਰ ਵੀ ਆ, ਕਈ ਹੋਰ ਆਗੂ ਨੇ ਜਿਹੜੇ ਹੌਲੀ ਹੌਲੀ ਇਹਨਾਂ ਨੂੰ ਛੱਡਣੇ ਸ਼ੁਰੂ ਹੋ ਗਏ। ਅੱਜ ਇਹ ਜਿਹੜਾ ਅਕਾਲੀ ਦਲ ਦਾ ਖੰਡਾਅ ਸ਼ੁਰੂ ਹੋਇਆ, ਕੀ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੂੰ ਕਮਾਂਡ ਸੌਂਪੀ ਗਈ ਹੈ, ਕੀ ਉਹਨਾਂ ਸਾਰਿਆਂ ਨੂੰ ਮੁੜ ਕਿਸੇ ਅੰਬਰੇਲੇ ਥੱਲੇ ਜਾਂ ਇੱਕ ਛਤਰੀ ਥੱਲੇ ਇਕੱਠੇ? ਬੜਾ ਸਵਾਲ। ਹੁਣ ਲਵਾਂਗੇ ਇੱਕ ਬ੍ਰੇਕ ਤੋਂ ਵਿਦੇਸ਼ੀ ਅਹਿਮ ਮੁੱਦੇ ਤੇ ਆ ਰਹੇ ਹਾਂ ਵਾਪਸ। ਪ੍ਰਕਾਸ਼ ਸਿੰਘ ਬਾਦਲ ਦੇ ਤੁਰ ਜਾਣ ਬਾਅਦ ਪੰਜਾਬ ਦੀ ਰਾਜਨੀਤੀ 'ਚ ਕਿਹੋ ਜਿਹਾ ਖਲਾ, ਵੱਡੇ ਸਵਾਲ ਲਵਾਂਗੇ ਆਪਾਂ ਬ੍ਰੇਕ ਦੇ ਬਾਅਦ। ਮਠਾੜੂ ਜੀ, ਇਸ ਮਾਮਲੇ ਤੇ ਦੇਖੋ, ਆਪਾਂ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦਾ ਸੰਸਕਾਰ ਬਾਦਲ ਪਿੰਡ ਦੇ ਵਿੱਚ ਵੱਡੀ ਗਿਣਤੀ 'ਚ ਆਪਾਂ ਸਾਰੇ ਇਸ ਗੱਲ ਤੇ, ਸਾਰੇ ਮਹਿਮਾਨਾਂ ਦੀ ਵੀ ਇਹਦੇ ਬਾਰੇ ਕੋਈ ਵੱਖਰੀ ਰਾਏ ਨਹੀਂ, ਸਹਿਮਤ ਆ ਕਿ ਜਿਸ ਤਰੀਕੇ ਨਾਲ ਸਤਿਕਾਰ ਮਿਲਿਆ ਉਸ ਵੱਡੇ ਨੇਤਾ ਨੂੰ, ਕੋਈ ਦੋ ਰਾਏ ਨਹੀਂ ਹੈ। ਪਰ ਸਵਾਲ ਇਹ ਹੈ ਕਿ ਜੋ ਪਿਛਲੇ ਕੁਝ ਸਾਲਾਂ ਦੇ ਦੌਰਾਨ ਵਾਪਰਿਆ, ਪਾਰਟੀ ਕਿਸ ਕਦਰ ਹਾਸ਼ੀਏ ਤੇ ਚਲੀ ਗਈ, ਤੇ ਹੁਣ ਬਾਦਲ ਸਾਹਿਬ ਦੇ ਤੁਰ ਜਾਣ ਦੇ ਬਾਅਦ ਸੁਖਬੀਰ ਬਾਦਲ ਦੀ ਲੀਡਰਸ਼ਿਪ ਦੇ ਲਈ ਬਹੁਤ ਵੱਡੀ ਚੁਣੌਤੀ ਹੈ। ਕੀ ਅਕਾਲੀ ਦਲ ਨੂੰ ਅੱਗੇ ਲੈ ਕੇ ਚੱਲ ਸਕਣਗੇ, ਸਾਰਿਆਂ ਨਾਲ ਲੈ ਕੇ ਉਹ ਆਪਣੀ ਜਿਹੜੀ ਗੁਆਚੀ ਸ਼ਾਖ ਹੈ ਬਹਾਲ ਕਰ ਸਕਣਗੇ? ਇੱਦਾਂ ਦੇ ਸਵਾਲ ਹੈ ਜਿਹੜੇ ਮਹਿਮਾਨਾਂ ਵੱਲੋਂ ਉਠਾਏ ਜਾ ਰਹੇ ਆ। ਕਿਵੇਂ ਦੇਖਦੇ ਹੋ ਮਠਾੜੂ ਸਾਹਿਬ? ਸਿੱਧੂ ਸਾਹਿਬ, ਪਤਾ ਕੀ ਹੈ, ਹਰ ਇੱਕ ਬੁਲਾਰੇ ਦਾ, ਹਰ ਇੱਕ ਪਾਰਟੀ ਦਾ, ਹਰ ਇੱਕ ਜਥੇਬੰਦੀ ਦਾ ਸੋਚਣ ਦਾ, ਬੋਲਣ ਦਾ, ਕਹਿਣ ਦਾ ਤਰੀਕਾ ਅਲੱਗ ਹੁੰਦਾ ਜੀ। ਦੇਖੋ, ਹੁਣ ਜੰਮੂ ਜੀ ਨੇ ਜਿੰਨੀਆਂ ਗੱਲਾਂ ਕੀਤੀਆਂ, ਉਹਨਾਂ ਨੇ ਜਿਹੜੀਆਂ ਨੈਗੇਟਿਵ ਗੱਲਾਂ ਸੀ ਸਾਰੀਆਂ ਉਹੀ ਕੀਤੀਆਂ। ਉਹਨਾਂ ਨੇ ਇਹ ਨਹੀਂ ਕਿਹਾ ਕਿ ਬਾਦਲ ਸਾਹਿਬ ਨੇ ਕਿਸਾਨਾਂ ਵਾਸਤੇ ਜਿਹੜੇ ਹੈਗਾ ਟਰੈਕਟਰ ਨੂੰ ਗੱਡਾ ਲਾਣੇ ਆ। ਉਹਨਾਂ ਨੇ ਇਹ ਨਹੀਂ ਕਿਹਾ ਕਿਸਾਨਾਂ ਦੀ ਜਿਹੜੀ ਹੈਗੀ ਕਨੈਕਸ਼ਨ ਦੇ ਕੇ ਬਿਜਲੀ ਫ੍ਰੀ ਕੀਤੀ। ਉਹਨਾਂ ਨੇ ਇਹ ਨਹੀਂ ਕਿਹਾ ਕਿ ਕਿਸਾਨਾਂ ਵਾਸਤੇ ਜੋ ਮੰਡੀਕਰਨ ਸਿਸਟਮ ਹੈ ਉਹ ਸਰਦਾਰ ਬਾਦਲ ਸਾਹਿਬ ਨੇ ਕੀਤਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਜੋ ਸਿੱਖ ਧਰਮ ਵਾਸਤੇ ਜੋ ਯਾਦਗਾਰ ਬਣੀਆਂ, ਮਤਲਬ ਤੁਹਾਡੀ ਗੱਲ ਨੂੰ ਮੈਂ ਵਿੱਚੋਂ ਇਸ ਕਰਕੇ ਕੱਟ ਰਿਹਾ ਕਿ ਮੈਂ ਇਹਨਾਂ ਖੂਬੀਆਂ ਕਰਕੇ ਉਹ 5 ਵਾਰੀ ਮੁੱਖ ਮੰਤਰੀ ਬਣੇ। ਸੁਣ ਤਾਂ ਲਓ, ਮੈਂ ਤੁਹਾਡੇ ਵਿੱਚ ਨਹੀਂ ਗੱਲ ਕਰੀ। ਜਦੋਂ ਕੋਈ ਬੰਦਾ ਰਾਜ ਕਰਦਾ, ਸ਼੍ਰੋਮਣੀ ਅਕਾਲੀ ਦਲ 102 ਸਾਲ ਪੁਰਾਣੀ ਪਾਰਟੀ ਹੈ, ਔਰ 102 ਸਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਿੰਨਾ ਰਾਜ ਕੀਤਾ। ਦੇਖੋ, ਹਾਰਨਾ ਜਿੱਤਣਾ, ਸੀਟਾਂ 3 ਰਹਿ ਗਈਆਂ। ਇਹਨਾਂ ਨੇ ਬੜਾ ਕਿਹਾ ਵੀ ਹਾਸ਼ੀਏ ਤੇ ਚਲੀ ਗਈ। ਸ਼੍ਰੋਮਣੀ ਅਕਾਲੀ ਦਲ ਤਾਂ ਜਿੱਤਣੀ ਜਿਹੜਾ ਹੈਗਾ 1997 ਪ੍ਰੋਪਰ ਜਿਹੜੀ ਸਰਕਾਰ ਬਣੀ ਹੈ 1997 ਤੋਂ ਬਾਅਦ ਬਣਨੀ ਸ਼ੁਰੂ ਹੋਈ ਹੈ। ਫਿਰ 2007 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਕਦੇ ਸਾਲ ਵਾਸਤੇ ਜਾਂ 2 ਸਾਲਾਂ ਵਾਸਤੇ ਸਰਕਾਰ, ਜਿਹੜੀਆਂ ਸਰਕਾਰਾਂ ਸੈਂਟਰ ਦੀਆਂ ਸੀ, ਕਾਂਗਰਸ ਦੀ ਸਰਕਾਰ ਸੀ, ਉਹ ਸਰਕਾਰਾਂ ਤੋੜਦੀਆਂ ਰਹੀਆਂ। ਉਸ ਤੋਂ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਹੀ ਕੀਤਾ ਨਾ। ਇਹਨਾਂ ਨੇ ਇਹ ਤਾਂ ਨਹੀਂ ਗੱਲ ਕਰਨੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਪੰਥ ਦੀ ਜਿਹੜੀ ਸਰਕਾਰ ਬਣਾਈ। ਸ਼੍ਰੋਮਣੀ ਅਕਾਲੀ ਦਲ ਨੇ 19 ਸਾਲ ਰਾਜ ਕੀਤਾ। 19 ਸਾਲਾਂ ਦੇ ਵਿੱਚੋਂ 17 ਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਦੇ ਨਾਲ ਕੀਤਾ। ਇਹਨਾਂ ਨੇ ਕਿਹਾ ਸਿੱਖਾਂ ਦੀ ਪਾਰਟੀ ਹੈ ਤਾਂ ਇਹ ਇਸ਼ੂ ਉੱਠੇ। ਇਸ਼ੂਆਂ ਦੀ ਗੱਲ ਸਿੱਧੂ ਸਾਹਿਬ ਮੈਂ ਮਨਾ ਨਹੀਂ ਕਰਦਾ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਜਦੋਂ ਬੇਅਦਬੀਆਂ ਹੋਈਆਂ, ਸਭ ਤੋਂ ਵੱਧ ਦੁੱਖ ਸਾਨੂੰ ਹੋਇਆ, ਪਰੰਤੂ ਉਹਦੇ ਤੇ ਪੋਲਿਟਿਕਸ ਕੀਤੀ ਗਈ, ਰਾਜਨੀਤੀ ਕੀਤੀ ਗਈ। ਉਹਦੇ ਤੇ ਅੱਜ ਦੇਖ ਲਓ, ਬੇਅਦਬੀ ਅੱਜ ਵੀ ਹੋਈ। ਅੱਜ ਕਿੱਥੇ ਨੇ ਉਹ ਜਥੇਬੰਦੀਆਂ ਜਿਹੜੀਆਂ ਬਰਗਾੜੀ ਧਰਨਾ ਲਾ ਕੇ ਬੈਠੀਆਂ ਸੀ? ਅੱਜ ਧਰਨੇ ਕਿਉਂ ਨਹੀਂ ਲੱਗ ਰਹੇ? ਸੋ ਉਹ ਲੋਕ ਜਿਹੜੀਆਂ ਇਹ ਗੱਲਾਂ ਕਰਦੇ ਆ, ਉਹਨਾਂ ਨੂੰ ਦੁੱਖ ਹੀ ਇਹ ਸੀ। ਜਿਹੜੀਆਂ ਏਜੰਸੀਆਂ ਦੇ ਲੋਕ ਆ, ਏਜੰਸੀਆਂ ਦੇ ਜਿਹੜੇ ਬੰਦੇ ਆ ਛੱਡੇ ਹੋਏ ਆ, ਸਰਕਾਰੀ ਸੰਤ ਲਗਾ ਲਓ, ਜਿਹੜੀਆਂ ਇਹ ਜਿਹੀਆਂ ਪਾਰਟੀਆਂ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ
ਕਮਜ਼ੋਰ ਕਰਨ ਵਾਸਤੇ ਸਪੈਸ਼ਲ ਇੱਕ ਜਥੇ ਬਣਾਏ ਹੋਏ ਆ। ਉਹਨਾਂ ਦਾ ਕੰਮ ਹੀ ਇਹ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣੀ ਆ ਉਦੋਂ ਤੁਸੀਂ ਬਾਦਲ ਕਹਿ ਕੇ ਰੌਲਾ ਪਾਉਣਾ। ਦੇਖੋ ਸਿੱਧੂ ਸਾਹਿਬ ਅੱਜ ਫੇਰ ਬੇਅਦਬੀ ਹੋਈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ, ਅੱਜ ਨਹੀਂ ਕਿਸੇ ਜਥੇਬੰਦੀ ਹੈ ਤੇ ਆਗੂ ਦਾ ਢੇਰ ਦਾ ਬਲੂੰਦਰਿਆ ਗਿਆ। ਜਿਹੜੀ ਮੋਰਿੰਡੇ ਬੇਅਦਬੀ ਹੋਈ ਸ਼ਰੇਆਮ ਉਹਦੇ ਵਿੱਚ ਗੁਰੂ ਘਰ ਦੇ ਵਿੱਚ ਇਤਿਹਾਸ ਗੁਰੂ ਘਰ ਦੇ, ਅੱਜ ਨਹੀਂ ਕਿਸੇ ਦਾ ਹਿਰਦਾ ਬਲੂੰਦਰਿਆ ਗਿਆ। ਸੋ ਇਹ ਜਿਹੜੀਆਂ ਗੱਲਾਂ ਕਰਦੇ ਆ ਇਹਨਾਂ ਨੇ ਗੱਲਾਂ ਨੈਗੇਟਿਵ ਕਰਨੀਆਂ, ਪੋਜ਼ਿਟਿਵ ਗੱਲ ਤਾਂ ਕੋਈ ਕਰਨੀ ਨਹੀਂ। ਓਕੇ, ਸੋ ਆਪਾਂ ਅੱਜ ਸਰਦਾਰ ਬਾਦਲ ਸਾਹਿਬ ਦੀ ਗੱਲ ਕਰਦੇ ਆ। ਸਰਦਾਰ ਬਾਦਲ ਸਾਹਿਬ ਨੇ ਠੀਕ ਹੈ, ਅਸੀਂ ਮੰਨਦੇ ਆ, ਹੋ ਸਕਦਾ ਹੈ ਜਦੋਂ ਕੋਈ ਗਲਤੀਆਂ ਵੀ ਉਹੀ ਬੰਦੇ ਤੋਂ ਹੋਣਗੀਆਂ ਨਾ, ਜਿਹੜਾ ਬੰਦਾ ਕੰਮ ਕਰੂ, ਜਿਹਨੇ ਕੰਮ ਹੀ ਨਹੀਂ ਕਰਨਾ, ਡੱਕਾ ਦੂਰਾ ਨਹੀਂ ਕਰਨਾ, ਉਹਨੇ ਗਲਤੀ ਵੀ ਕੀ ਕਰਨੀ ਹੈ। ਸਿੱਧੂ ਸਾਹਿਬ ਜਦੋਂ ਸਰਕਾਰਾਂ ਹੁੰਦੀਆਂ ਨੇ, ਸਰਕਾਰਾਂ ਬਣਦੀਆਂ ਨੇ, ਸਰਕਾਰਾਂ ਦੇ ਵਿੱਚ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਨੇ, ਉਹਦੇ ਨਾਲ ਨਾਲ ਪੰਥ ਵੀ ਚਲਾਉਣਾ ਹੁੰਦਾ ਕਿਉਂਕਿ ਪੰਥਕ ਪਾਰਟੀ ਵੀ ਹੈ। ਬਿਲਕੁਲ ਉਹਨਾਂ ਨੇ ਸਰਕਾਰ ਵੀ ਤੁਹਾਡਾ ਮੁਕੰਮਲ ਵਿਊ ਪੁਆਇੰਟ ਆ ਗਿਆ। ਵੀ ਦੇਖਣਾ ਪੰਜਾਬ ਦੇ ਹਰ ਇੱਕ ਵਸਿੰਦੇ ਦਾ ਪੱਖ ਸਰਦਾਰ ਜਿਹੜਾ ਮੁੱਖ ਮੰਤਰੀ ਹੁੰਦਾ ਉਹਨਾਂ ਨੇ ਹਰ ਇੱਕ, ਕਿਉਂਕਿ ਦੂਜੀ ਧਿਰ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਬਹਿ ਕੇ ਜਿਹਦੀ ਮਰਜ਼ੀ ਤੰਗ ਖਿੱਚੀ ਜਾਓ। ਸਰਦਾਰ ਭਗਵੰਤ ਸਿੰਘ ਮਾਨ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਸੀ ਉਦੋਂ ਸੌ ਕੁਛ ਬੋਲਦੇ ਸੀ। ਬਿਲਕੁਲ, ਉਹ ਗੱਲਾਂ ਕਿੱਧਰ ਗਈਆਂ? ਬਿਲਕੁਲ ਡਾਕਟਰ ਸਾਹਿਬ ਤੁਹਾਡਾ ਵਿਊ ਪੁਆਇੰਟ ਆ ਗਿਆ। ਬਿਲਕੁਲ ਤੁਸੀਂ ਆਪਣੀ ਜਗ੍ਹਾ ਤੇ ਤੁਹਾਡਾ ਨਜ਼ਰੀਆ ਗੱਲ ਕਰਨ ਦਾ। ਮੈਂ ਡਿਟੇਲ 'ਚ ਨਹੀਂ ਜਾਵਾਂਗਾ। ਮੇਰਾ ਕਹਿਣ ਦਾ ਪਰਪਸ ਸਿੱਧੂ ਸਾਹਿਬ ਇਹ ਆ ਵੀ ਜਦੋਂ ਕੋਈ ਰਾਜਸੀ ਧਿਰ ਰਾਜ ਕਰਦੀ ਹੈ, ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ, ਉਹਨਾਂ ਨੇ ਪੰਥਕ ਪਾਰਟੀ ਹੋਣ ਦੇ ਨਾਲ ਨਾਲ ਪੰਥ ਵੀ ਦੇਖਣਾ, ਉਹਨਾਂ ਨੇ ਪੰਜਾਬ ਦੇ ਜਿਹੜੇ ਓਕੇ ਥੈਂਕ ਯੂ ਬਿਲਕੁਲ ਠੀਕ ਉਹਨਾਂ ਦਾ ਵੀ ਦੇਖਣਾ, ਉਹਨਾਂ ਨੇ ਹਰ ਇੱਕ ਪੰਜਾਬੀ ਵਸਿੰਦੇ ਦਾ ਜਿਹੜਾ ਹੈਗਾ ਦੇਖਣਾ। ਸੋ ਇਹ ਚੀਜ਼ਾਂ ਸਿਰਫ ਉਹ ਗੱਲਾਂ ਨੂੰ ਦੁਹਰਾਉਂਦੇ ਆ ਜਿਹੜੀਆਂ ਗੱਲਾਂ ਇਹਨਾਂ ਨਾਲ ਜੁੜੀਆਂ ਹੋਈਆਂ। ਬਿਲਕੁਲ ਠੀਕ, ਥੈਂਕ ਯੂ ਵੈਰੀ ਮਚ। ਬਲਵਿੰਦਰ ਜੰਮੂ ਜੀ ਸੰਖੇਪ ਦੇ ਵਿੱਚ ਕਿਉਂਕਿ ਤੁਹਾਡੇ ਗੱਲ ਦੇ ਉੱਤੇ ਕਮੈਂਟ ਕੀਤਾ ਗਿਆ, ਮੈਂ ਤੁਹਾਡੇ ਤੋਂ ਵੀ ਜਵਾਬ ਲੈਣਾ ਚਾਹਾਂਗਾ। ਉਹਨਾਂ ਦਾ ਕਹਿਣਾ ਕਿ ਜਿਹੜੀ ਨੈਗੇਟਿਵਿਟੀ ਹੈ ਅਕਾਲੀ ਦਲ ਦੇ ਉਸੇ ਦੌਰ ਨੂੰ ਉਭਾਰਿਆ ਜਾਂਦਾ ਜਦੋਂ ਕਿ ਪੋਜ਼ਿਟਿਵ ਬਹੁਤ ਕੁਝ ਹੋਇਆ। ਦੇਖੋ ਪੋਜ਼ਿਟਿਵ ਹੋਣ ਕਰਕੇ ਤਾਂ ਪ੍ਰਕਾਸ਼ ਸਿੰਘ ਬਾਦਲ ਹੋਣੀ 5 ਵਾਰੀ ਮੁੱਖ ਮੰਤਰੀ ਬਣੇ। ਜੇ ਪੋਜ਼ਿਟਿਵ ਨਾ ਹੁੰਦਾ ਤਾਂ ਕਿਵੇਂ ਬਣਦੇ? ਇਹ ਗੱਲਾਂ ਮੈਂ ਤਾਂ ਇਹ ਕਿਹਾ ਵੀ ਇਹਨਾਂ ਗੱਲਾਂ ਦੀ ਅਵੈਲੂਏਸ਼ਨ ਕਰਨੀ ਪਏਗੀ, ਅਕਾਲੀ ਦਲ ਨੂੰ ਆਪਣੇ ਅੰਤਰ ਝਾਤ ਮਾਰਨੀ ਪੈਗੀ। ਜੇ ਨਹੀਂ ਮਾਰੇਗਾ ਤਾਂ ਇਹ ਉਹਨਾਂ ਨੇ ਦੇਖਣਾ, ਰਾਜ ਉਹਨਾਂ ਨੇ ਕਰਨਾ, ਤੇ ਰਾਜ ਕਰਨ ਵਾਲੀ ਧਿਰ ਨੂੰ ਇਹ ਆਪਣੇ ਜਿਹੜੇ ਨੁਕਸ ਹੈ ਉਹ ਦੂਰ ਕਰਨੇ ਪੈਣਗੇ। ਜ਼ਿੰਮੇਵਾਰੀਆਂ ਹੁੰਦੀਆਂ, ਜਦੋਂ ਮੁੱਖ ਮੰਤਰੀ ਬਣਦਾ ਉਹਦੀਆਂ ਜ਼ਿੰਮੇਵਾਰੀਆਂ, ਉਹਦੇ ਲਈ ਚੁਣੌਤੀਆਂ ਵੀ ਜ਼ਿਆਦਾ ਵੱਧਦੀਆਂ ਨੇ, ਪਰ ਉਹ ਚੁਣੌਤੀਆਂ ਨੂੰ ਕਿਵੇਂ ਨਜਿੱਠਣਾ ਇਹ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ। ਪਰ ਜਿਹੜੇ ਨੁਕਸਾਨ ਹੋਇਆ ਅਕਾਲੀ ਦਲ ਦਾ, ਅਸੀਂ ਅੱਜ ਵੀ ਇਸ ਗੱਲ ਦੇ ਹੱਕ 'ਚ ਹਾਂ, ਇਸ ਗੱਲ ਦੇ ਮਦਈ ਹਾਂ ਕਿ ਪੰਜਾਬ ਨੂੰ ਇੱਕ ਤਕੜੀ ਜਾਨਦਾਰ ਜਿਹੜੀ ਆ ਖੇਤਰੀ ਪਾਰਟੀ ਦੀ ਲੋੜ ਹੈ, ਜਿਹੜੀ ਪੰਜਾਬ ਦੇ ਹਿੱਤਾਂ ਤੇ ਹੱਕਾਂ ਲਈ ਲੜ ਸਕੇ, ਡਟ ਸਕੇ। ਪਰ ਜਿਹੜੀ ਧਿਰ ਇਹਦੇ ਤੋਂ ਪਿੱਛੇ ਹਟੇਗੀ, ਜੇ ਮੌਜੂਦਾ ਸਰਕਾਰ ਵੀ ਹਟ ਰਹੀ ਹੈ ਤਾਂ ਇਹਨੂੰ ਵੀ ਇਹ ਖਮਿਆਜਾ ਭੁਗਤਣਾ ਪਏਗਾ। ਜੇ ਹੋਰ ਕੋਈ ਕਰੇਗੀ, ਇਹ ਮੈਨੂੰ ਇਹ ਜਿਹੜੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸ਼ਖਸੀਅਤ ਹੈ, ਜਿੰਨਾ ਅਸੀਂ ਉਹਨਾਂ ਨੂੰ ਨੇੜਿਓਂ ਵਾਚਿਆ, ਦੇਖਿਆ, ਐਕਟ ਕਰਦੇ ਦੇਖਿਆ, ਪਰ ਜਦੋਂ ਅਕਾਲੀ ਦਲ ਆਪਣੀਆਂ ਗੱਲਾਂ ਤੋਂ ਪਿੱਛੇ ਹਟਿਆ ਤਾਂ ਉਹਨਾਂ ਕਰਕੇ ਇਹ ਸਥਿਤੀ ਬਣੀ ਹੈ। ਇਹਨਾਂ ਦੇ ਜਵਾਬ, ਜੇ ਮੈਂ ਵੀ ਨਹੀਂ ਇਸ ਗੱਲ ਦੇ ਉੱਪਰ ਬੋਲਦਾ ਨਾ, ਮੇਰੇ ਬੋਲਣ ਨਾਲ ਇਹ ਸੱਚਾਈ ਬਦਲ ਨਹੀਂ ਜਾਣੀ। ਕੋਈ ਹੋਰ ਵੀ ਅੱਜ ਸਾਰੇ ਪਾਸੇ ਸਵਾਲ ਉੱਠਦੇ ਆ, ਇਹ ਨਹੀਂ ਵੀ ਸਾਡਾ ਅਕਾਲੀ ਦਲ ਨਾਲ ਬਹੁਤ ਤਿੱਖਾ ਮਤਭੇਦ ਦਾ ਵਿਰੋਧ ਹੈ। ਸਵਾਲ ਜੋ ਹਕੀਕਤ ਹੈ, ਜੋ ਯਥਾਰਥ ਹੈ, ਜੋ ਸਹੀ ਸਥਿਤੀ ਹੈ, ਜੋ ਹਕੀਕੀ ਸਥਿਤੀ ਹੈ, ਇਸ ਕਰਕੇ ਸਾਨੂੰ ਇਹ ਸਵਾਲ ਜਿਹੜੇ ਉਠਾਉਣੇ। ਜੀ ਬਿਲਕੁਲ ਤੁਹਾਡੀ ਗੱਲ ਆ ਗਈ। ਚੰਨੀ ਜੀ ਇਸੇ ਮੁੱਦੇ ਤੇ ਆਪਾਂ ਜੋ ਪ੍ਰਕਾਸ਼ ਸਿੰਘ ਬਾਦਲ ਦੇ ਸੰਸਕਾਰ ਦੇ ਮੌਕੇ ਤੇ ਜਿਸ ਤਰੀਕੇ ਨਾਲ ਉਹਨਾਂ ਨੂੰ ਮਾਨ ਸਨਮਾਨ ਮਿਲਿਆ, ਉਹਦੇ ਬਾਰੇ ਮਹਿਮਾਨਾਂ ਦੀ ਕੋਈ ਦੋ ਰਾਏ ਨਹੀਂ, ਪਰ ਅਕਾਲੀ ਦਲ ਦਾ ਕਹਿਣਾ ਹੈ ਕਿ ਨੈਗੇਟਿਵਿਟੀ ਵਾਲਾ ਜਿਹੜਾ ਪਹਿਲੂ ਆ ਉਹਨੂੰ ਜ਼ਿਆਦਾ ਉਭਾਰ ਕੇ ਦੇਖਿਆ ਜਾਂਦਾ, ਜਦੋਂ ਕਿ ਪੰਜਾਬ ਲਈ ਉਹਨਾਂ ਨੇ ਬਹੁਤ ਕੁਝ ਕੀਤਾ। ਸਿੱਧੂ ਸਾਹਿਬ 5 ਸਕਿੰਟ ਮੈਨੂੰ ਦਿਓ, ਮੈਂ 5 ਸਕਿੰਟ ਐਡ ਕਰਦਾ ਇੱਕ ਗੱਲ। ਜੀ ਕਰੋ ਪਲੀਜ਼। ਮੈਂ ਇਹ ਗੱਲ ਕਹਿਣਾ ਚਾਹੁੰਦਾ, ਮੈਂ ਇਹਨਾਂ ਦੀ ਗੱਲ ਨਹੀਂ ਕਰਦਾ ਜੰਮੂ ਸਾਹਿਬ ਦੀ, ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਬਾਦਲ ਕਰਦੇ ਆ। ਦੇਖੋ ਅੱਜ ਆਪਾਂ ਸਾਰੇ ਬੁਲਾਰੇ ਬੈਠੇ ਆ, ਇੱਕ ਵਾਰ ਤਾਂ ਅਸੀਂ ਸਿਫਤਾਂ ਕਰ ਰਹੇ ਆ, ਸਰਦਾਰ ਬਾਦਲ ਸਾਹਿਬ ਨੇ ਕਹਿੰਦੇ ਬਹੁਤ ਵਧੀਆ ਕੰਮ ਕੀਤੇ ਤਾਂ ਹੀ 5 ਵਾਰੀ ਮੁੱਖ ਮੰਤਰੀ ਬਣੇ ਆ। ਇਹ ਗੱਲ ਠੀਕ ਆ ਨਾ ਕਿ ਬਾਦਲ ਸਾਹਿਬ ਕਰਕੇ ਹੀ 5 ਵਾਰ ਮੁੱਖ ਮੰਤਰੀ ਬਣ ਗਏ। ਦੂਜੇ ਪਾਸੇ ਜਿਹੜੇ ਲੋਕ ਵਿਰੋਧੀ ਆ, ਜਿਹੜਿਆਂ ਦਾ ਅਕਾਲੀ ਦਲ ਨਾਲ ਕੋਈ ਲੱਲਾ ਨਹੀਂ, ਖੱਖਾ ਨਹੀਂ, ਕੋਈ ਵਾਹ ਵਾਸਤਾ ਨਹੀਂ ਹੈ, ਉਹ ਲੋਕ ਜਿਹੜੇ ਸਿਰਫ ਅਕਾਲੀ ਦਲ ਦੀ ਛਾਪ ਦਿਖਾਉਂਦੇ ਆ ਕਿ ਅਸੀਂ ਵੀ ਅਕਾਲੀ ਹੁੰਦੇ ਸੀ ਝੂਠ ਬੋਲ ਕੇ, ਔਰ ਉਹ ਗੱਲਾਂ ਕੀ ਕਰਦੇ ਆ, ਅਕਾਲੀ ਦਲ ਤਾਂ ਠੀਕ ਹੈ ਪਰ ਬਾਦਲ ਪਰਿਵਾਰ ਮਾੜਾ, ਬਾਦਲ ਪਰਿਵਾਰ ਕਰਕੇ ਅਕਾਲੀ ਦਲ ਥੱਲੇ ਜਾ ਰਿਹਾ। ਹੁਣ ਤੁਹਾਡੀ ਗੱਲ ਆ ਗਈ ਬਿਲਕੁਲ ਡਾਕਟਰ ਸਾਹਿਬ। ਜਦੋਂ ਕਿ ਆਪਾਂ ਦੂਜੇ ਪਾਸੇ ਕਹਿ ਰਹੇ ਆ ਬਾਦਲ ਸਾਹਿਬ ਕਰਕੇ 5 ਵਾਰੀ ਮੁੱਖ ਮੰਤਰੀ ਬਣ ਗਏ। ਹੁਣ ਤੁਹਾਡਾ ਵਿਊ ਪੁਆਇੰਟ ਆ ਗਿਆ, ਬਿਲਕੁਲ ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਗਿਆ। ਫਿਰ ਮੌਕਾ ਦੇਵਾਂਗੇ ਆਪਾਂ ਇਸੇ ਸਵਾਲ ਨੂੰ ਲੈ ਕੇ। ਚੰਨੀ ਜੀ ਮੈਂ ਤੁਹਾਡੇ ਕੋਲੋਂ ਵੀ ਸਵਾਲ ਲਿਆ ਸੀ ਇਸੇ ਮਾਮਲੇ ਤੇ। ਚੰਨੀ ਸਾਹਿਬ ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ ਹੈ ਜੀ। ਚੰਨੀ ਸਾਹਿਬ ਜਿਸ ਮੁੱਦੇ ਤੇ ਆਪਾਂ ਜ਼ਿਕਰ ਕਰ ਰਹੇ ਹਾਂ, ਠਾੜੂ ਸਾਹਿਬ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਰਹੇ, ਜਿਹੜੀਆਂ ਪੋਜ਼ਿਟਿਵ ਤੇ ਹਾਂ ਪੱਖੀ
ਵੱਡੀਆਂ ਗੱਲਾਂ ਉਹਨਾਂ ਦੀ ਗੱਲ ਨਹੀਂ ਕਰਦੇ, ਪਰ ਜਿਹੜੇ ਲੋਕ ਕਹਿੰਦੇ ਕਿ ਅਸੀਂ ਵੀ ਅਕਾਲੀ ਦਲ ਰਹੇ ਹਾਂ, ਅਕਾਲੀ ਦਲ ਦੇ ਹਮਦਰਦ ਰਹੇ ਹਾਂ ਜਾਂ ਵਿੱਚ ਰਹੇ ਹੈ, ਤੇ ਗੱਲਾਂ ਜਿਹੜੀਆਂ ਹੈਗੀਆਂ ਅਕਾਲੀ ਦਲ ਦੇ ਖਿਲਾਫ ਨੈਗੇਟਿਵਿਟੀ ਜਿਹੜੀ ਨਾ ਪੱਖੀ ਗੱਲ ਹੈ ਉਹਨੂੰ ਉਭਾਰ ਕੇ ਪੇਸ਼ ਕਰਦੇ ਹੈ। ਦੇਖੋ ਇਹ 'ਚ ਕੋਈ ਸ਼ੱਕ ਨਹੀਂ ਵੀ ਬਾਦਲ ਸਾਹਿਬ ਪੰਜਾਬ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਤੇ ਬਹੁਤ ਖੂਬੀਆਂ ਉਹਨਾਂ 'ਚ, ਸਾਰੇ ਇਸ ਗੱਲ ਨੂੰ ਮੰਨਦੇ ਆ। ਪੂਰਾ ਪੰਜਾਬ, ਹਿੰਦੁਸਤਾਨ, ਦੁਨੀਆ ਦੇ ਹੋਰ ਬਹੁਤ ਦੇਸ਼ਾਂ ਦੇ ਲੋਕ ਵੀ ਇਸ ਗੱਲ ਨੂੰ ਮੰਨਦੇ ਆ ਤੇ ਅਸੀਂ ਵੀ ਮੰਨਦੇ ਆ। ਮੈਂ ਖੁਦ ਕਹਿੰਦਾ ਮੇਰੇ ਤੇ 50 ਸਾਲ ਉਹ ਕੰਮ ਰਿਹਾ, ਪਰ ਗੱਲ ਇਹ ਹੈ ਵੀ ਜਿਹੜੀ ਕੋਈ ਬੰਦਾ ਵਧੀਆ ਕੰਮ ਕਰਦਾ, ਘਟੀਆ ਵੀ ਗਲਤ ਗੱਲਾਂ ਵੀ ਹੁੰਦੀਆਂ, ਕਮੀਆਂ ਵੀ ਹੁੰਦੀਆਂ ਨੇ, ਨੈਗੇਟਿਵਿਟੀ ਹੁੰਦੀ ਹੈ, ਆਪਾਂ ਨੂੰ ਨੈਗੇਟਿਵਿਟੀ ਵੀ ਸੁਣਨ ਦਾ ਆਪਣੇ 'ਚ ਹੌਸਲਾ ਹੋਣਾ ਚਾਹੀਦਾ ਹੈ। ਉਹ 'ਚ ਗੁੱਸੇ ਵਾਲੀ ਕੋਈ ਗੱਲ ਨਹੀਂ। ਜੇ 10 ਗੱਲਾਂ ਚੰਗੀਆਂ ਹੋਈਆਂ, 2 ਮਾੜੀਆਂ ਹੋਈਆਂ, ਤਾਂ ਉਹ ਸੁਣਨ 'ਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਮੇਰੇ ਹਿਸਾਬ ਨਾਲ ਮਠਾੜੂ ਸਾਹਿਬ ਨੇ ਜੋ ਗੱਲਾਂ ਕੀਤੀਆਂ ਬਾਕੀ ਸਾਰੀਆਂ ਠੀਕ ਨਹੀਂ, ਪਰ ਇੱਕ ਗੱਲ ਨਾਲ ਮੈਂ ਸਹਿਮਤ ਨਹੀਂ, ਜਿਹੜੀ ਕਿ ਅੱਜ ਇਹ ਕਹਿ ਰਹੇ ਨੇ ਪੰਥਕ ਪਾਰਟੀ ਹੈ। ਹਾਂ ਠੀਕ ਹੈ, ਇਹ ਪੰਥਕ ਪਾਰਟੀ ਸੀ, ਇਹ ਕੋਈ ਸ਼ੱਕ ਨਹੀਂ, ਪਰ ਪਿਛਲੇ ਕੁਝ ਸਾਲਾਂ ਤੋਂ ਪੰਥਕ ਪਾਰਟੀ ਨਹੀਂ ਰਿਹਾ, ਜਿਹਦਾ ਸਬੂਤ ਪਿਛਲੀਆਂ ਇਲੈਕਸ਼ਨਾਂ ਦੇ ਰਹੀਆਂ ਨੇ। ਤੇ ਸੰਗਰੂਰ ਦੀ ਇਲੈਕਸ਼ਨ 'ਚ ਸਿਰਫ 6-7% ਵੋਟਾਂ ਰਹਿ ਗਈਆਂ। ਮੈਂ ਸਮਝਦਾ ਕਿ ਇਸ ਲਈ ਬਹੁਤਾ ਅੱਗੇ ਜਾਣ ਦੀ ਲੋੜ ਨਹੀਂ ਕਿ ਅਕਾਲੀ ਦਲ ਪੰਥਕ ਪਾਰਟੀ ਵਾਲੇ ਸਾਰੇ ਕੰਮ ਇਹਨਾਂ ਨੇ ਪਿੱਛੇ ਛੱਡ ਕੇ ਇੱਕ ਪੰਜਾਬੀ ਪਾਰਟੀ ਅਨਾਉਂਸ ਕਰ ਦਿੱਤੀ ਸੀ ਇਹਨਾਂ ਨੇ। ਚੰਨੀ ਜੀ, ਆਈ ਐਮ ਸੌਰੀ, ਇੱਕ ਸਵਾਲ ਮੈਂ ਜ਼ਰੂਰ ਲਵਾਂਗਾ, ਆਪਣੀ ਗੱਲ ਤੁਸੀਂ ਮੁਕੰਮਲ ਕਰਿਓ। ਅਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਕਿ ਜੇ ਪੰਥਕ ਪਾਰਟੀ ਨਹੀਂ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਦੋਂ ਭਾਜਪਾ ਦੇ ਅਕਾਲੀ ਦਲ ਦੀ ਸਾਂਝ ਸੀ, ਉਹ ਕਹਿੰਦੇ ਕਿ ਉਦੋਂ ਪੰਥਕ ਪਾਰਟੀ ਸੀ ਤੇ ਹੁਣ ਭਾਜਪਾ ਅਲੱਗ ਹੋ ਗਈ ਤਾਂ ਅਸੀਂ ਪੰਥਕ ਨਹੀਂ ਰਹੇ। ਨਹੀਂ, ਭਾਜਪਾ ਨਾਲ ਕੋਈ ਕੰਸਰਨ ਨਹੀਂ ਇਸ ਗੱਲ ਦਾ। ਭਾਜਪਾ ਇੱਕ ਅਲੱਗ ਪਾਰਟੀ ਹੈ, ਉਹ ਇੱਕ ਗੱਠਜੋੜ ਸੀਗਾ। ਮੈਂ ਤਾਂ ਇਹਨਾਂ ਦੇ ਕਲੇਮ ਦੀ ਗੱਲ ਕਰਦਾ ਜੀ। ਜੋ ਕਲੇਮ ਮਠਾੜੂ ਸਾਹਿਬ ਕਰ ਰਹੇ ਨੇ, ਮੈਂ ਉਹਦੀ ਗੱਲ ਕਰ ਰਿਹਾ ਜੀ ਵੀ ਅਕਾਲੀ ਦਲ ਪੰਥਕ ਪਾਰਟੀ ਸੀ, ਪਰ ਅੱਜ ਦੇ ਸਮੇਂ 'ਚ ਪੰਥਕ ਪਾਰਟੀ ਵਾਲੇ ਤੋਂ ਪਾਸੇ ਹਟ ਕੇ ਇਹਨਾਂ ਨੇ ਪੰਜਾਬੀ ਪਾਰਟੀ ਬਣਾਤਾ ਸੀ, ਆਪਣੇ ਆਪ ਨੂੰ ਅਨਾਉਂਸ ਕੀਤਾ ਸੀ ਆ ਮੋਗੇ 'ਚ। ਇਸ ਲਈ ਮੈਂ ਇਹ ਗੱਲ ਕਰ ਰਿਹਾ। ਬਾਕੀ ਜਿੱਥੋਂ ਤੱਕ ਗੱਲ ਹੈ ਖਿਲਾ ਦੀ ਗੱਲ, ਮੈਂ ਸਮਝਦਾ ਕਿ ਜਿਵੇਂ ਜੰਮੂ ਜੀ ਨੇ ਕਿਹਾ ਕਿ ਬਾਦਲ ਸਾਹਿਬ ਪਹਿਲਾਂ ਹੀ ਕਾਫੀ ਜੰਗ ਲੀਡਰਸ਼ਿਪ ਨੂੰ ਉਹਨਾਂ ਨੇ ਸੌਂਪ ਦਿੱਤਾ ਸੀ ਸਾਰਾ ਕੁਝ, ਪਿਛਲੇ ਕਈ ਸਾਲਾਂ ਤੋਂ ਆਪਣੇ ਆਪ ਨੂੰ ਪਿੱਛੇ ਕਰ ਰਹੇ ਸੀ, ਇਹ ਬਿਲਕੁਲ ਠੀਕ ਹੈ, ਇਹ 'ਚ ਕੋਈ ਸ਼ੱਕ ਨਹੀਂ। ਤੇ ਜੋ ਬਾਦਲ ਸਾਹਿਬ ਦਾ ਖਿਲਾ ਹੋਇਆ, ਮੈਂ ਸਮਝਦਾ ਕਿ ਉਹ ਕੋਈ ਬਹੁਤ ਵੱਡਾ ਚੈਲੰਜ ਹੈ ਅਕਾਲੀ ਦਲ ਲਈ। ਅਕਾਲੀ ਦਲ ਨੂੰ ਬਹੁਤ ਮਿਹਨਤ ਕਰਨੀ ਪਊਗੀ ਆਪਣੇ ਖਿਲਾਫ ਪੂਰਾ ਕਰਨ ਲਈ, ਕੋਈ ਸੌਖਾ ਕੰਮ ਨਹੀਂ ਹੈ ਜੀ। ਚੰਨੀ ਸਾਹਿਬ, ਜਦੋਂ ਮਿਹਨਤ ਦੀ ਗੱਲ ਕਰਦੇ ਹੋ, ਇੱਕ ਛੋਟਾ ਜਿਹਾ ਸਵਾਲ ਕਰਨਾ ਬਹੁਤ ਵੱਡਾ ਗੱਲ ਹੈ। ਚੰਨੀ ਜੀ, ਇੱਕ ਛੋਟਾ ਜਿਹਾ ਸਵਾਲ, ਜਦੋਂ ਤੁਸੀਂ ਅਕਾਲੀ ਦਲ ਦੀ ਮਿਹਨਤ ਦੀ ਗੱਲ ਕਰਦੇ ਹੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਤਾਂ ਮੈਂ ਆਪਣੇ ਕੋਲੋਂ ਨਹੀਂ, ਮੀਡੀਆ ਦੇ ਵੱਡੇ ਹਿੱਸੇ ਦੇ ਵਿੱਚ ਇਸ ਗੱਲ ਦਾ ਵੀ ਨੋਟਿਸ ਲਿਆ ਗਿਆ ਕਿ ਜਿਸ ਕਦਰ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦਾ ਆਉਣਾ, ਕਹਿੰਦੇ ਕਿਧਰੇ ਇਹ ਵੀ ਲੱਗਦਾ ਕਿ ਅਕਾਲੀ ਦਲ ਤੇ ਭਾਜਪਾ ਮੁੜ ਕੇ ਵੀ ਇੱਕ ਦੂਜੇ ਨਾਲ ਹੱਥ ਮਿਲਾ ਸਕਦੇ ਹੈ। ਇਹ ਸਵਾਲ ਵੀ ਅੱਜ ਮੀਡੀਆ 'ਚ ਹੈ। ਚੰਨੀ ਜੀ, ਦੇਖੋ ਜਿੱਥੋਂ ਤੱਕ ਪ੍ਰਧਾਨ ਮੰਤਰੀ ਦਾ ਸਵਾਲ ਹੈ, ਉਹ ਬੀਜੇਪੀ ਦੀ ਸਰਕਾਰ ਦੇ ਪ੍ਰਧਾਨ ਮੰਤਰੀ ਨੇ ਅਕਾਲੀ ਦਲ ਦਾ ਬੀਜੇਪੀ ਨਾਲ ਬਹੁਤ ਲੰਮਾ ਸਮਾਂ ਗੱਠਜੋੜ ਰਿਹਾ ਹੈ, ਬਹੁਤ ਵਧੀਆ ਸਬੰਧ ਰਹੇ ਨੇ, ਕਈ ਸਰਕਾਰਾਂ ਇਕੱਠੀਆਂ ਬਣਾਈਆਂ, ਕੇਂਦਰ 'ਚ ਵੀ ਤੇ ਸਟੇਟ 'ਚ ਵੀ ਬਹੁਤ ਵਧੀਆ ਰਿਲੇਸ਼ਨ ਸੀ। ਕੁਝ ਕਾਰਨਾਂ ਕਰਕੇ ਇਹਨਾਂ ਦਾ ਆਪਸ 'ਚ ਵਖਰੇਵਾਂ ਹੋਣਾ, ਉਹ ਇੱਕ ਅਲੱਗ ਗੱਲ ਹੈ। ਜਿਹੜੇ ਆਪਸੀ ਸਬੰਧ ਹੁੰਦੇ ਨੇ, ਹੁਣ ਮੈਂ ਬੀਜੇਪੀ 'ਚ, ਮੈਂ ਵੀ ਬੀਜੇਪੀ 'ਚ, ਮੈਂ ਬਾਲ ਸਾਹਿਬ ਅੱਜ ਵੀ ਉਹਨਾਂ ਹੀ ਸਤਿਕਾਰ ਕਰਦਾ, ਤੁਹਾਡੇ ਸਾਹਮਣੇ ਮੈਂ ਜੋ ਕਿਹਾ। ਪਰ ਜਿਹੜਾ ਸਵਾਲ ਤੁਸੀਂ ਕਹਿੰਦੇ ਹੋ ਵੀ ਇਕੱਠੇ ਹੋਣ ਦਾ, ਇਹ ਸਵਾਲ ਭੁਲੇਖ ਦਾ ਹੈ। ਇਹਦੇ ਬਾਰੇ ਅੱਜ ਕੁਝ ਨਹੀਂ ਕਿਹਾ ਜਾਂਦਾ, ਕੀ ਹਾਲਾਤ ਬਣਨਗੇ ਕੀ ਨਹੀਂ ਬਣਨਗੇ, ਗੱਠਜੜ ਹੋਏਗਾ ਕਿ ਨਹੀਂ ਹੋਏਗਾ, ਇਹ ਅੱਜ ਇਸ ਗੱਲ ਦਾ ਕੋਈ ਫੈਸਲਾ ਨਹੀਂ ਹੁੰਦਾ। ਇਹਦੇ ਬਾਰੇ ਅੱਜ ਕੋਈ ਜਵਾਬ ਨਹੀਂ ਦਿੱਤਾ ਜਾਂਦਾ। ਜੀ ਜੀ ਚੱਪੜ ਜੀ, ਪੰਥਕ ਮੁੱਦੇ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਦੇਖੋ ਭਾਜਪਾ ਦਾ ਇੱਕ ਆਪਣਾ ਨਜ਼ਰੀਆ ਹੋ ਸਕਦਾ ਹੈ। ਅਕਾਲੀ ਦਲ ਕਹਿੰਦਾ ਕਿ ਅਸੀਂ ਪੰਥ ਤੇ ਰਾਜਨੀਤੀ ਦੋਨਾਂ ਮੁੱਦਿਆਂ ਦੇ ਉੱਤੇ ਸਾਡੀ ਲੀਡਰਸ਼ਿਪ ਲੜਾਈ ਵੀ ਲੜਦੀ ਹੈ ਤੇ ਕੰਮ ਵੀ ਕਰਦੀ ਹੈ, ਪਰ ਇਹਦੇ ਬਾਵਜੂਦ ਕੋਈ ਤਰ੍ਹਾਂ ਹੈਗੀਆਂ ਜਿਹੜੀਆਂ ਇੱਕੋ ਪੱਖ ਨੂੰ ਲੈਂਦੀਆਂ, ਦੂਜਾ ਪੱਖ ਜੋ ਇਹਨੇ ਲੰਬੇ ਸਮੇਂ 'ਚ ਕੀਤਾ ਗਿਆ ਉਹਨੂੰ ਟੋਟਲੀ ਇਗਨੋਰ ਕੀਤਾ ਜਾਂਦਾ ਹੈ। ਨਹੀਂ ਜੀ, ਦੇਖੋ ਸਿੱਧੂ ਸਾਹਿਬ, ਮੈਂ ਤਾਂ ਅੱਜ ਸਿਰਫ ਗੱਲਾਂ ਉਹੀ ਕਰਨੀਆਂ ਚਾਹੁੰਦਾ ਸੀ ਜਿਹੜੀਆਂ ਗੱਲਾਂ ਉਹਨਾਂ ਦੀਆਂ ਪੋਜ਼ਿਟਿਵ ਸੀਗੀਆਂ। ਮੈਂ ਗਿੱਦੜਵਾਹੇ ਦੀ ਇਲੈਕਸ਼ਨ ਤੋਂ ਗੱਲ ਸ਼ੁਰੂ ਕੀਤੀ ਸੀ। ਚਲੋ ਜੇ ਇਹਨਾਂ ਦੇ ਬੁਲਾਰੇ ਹਟਦੇ ਨਹੀਂ ਤਾਂ ਮੈਂ ਤਾਂ ਉਹ ਗੱਲਾਂ ਕਰਦਾ। ਦੇਖੋ, ਜੇ ਅੱਜ ਤੁਸੀਂ ਕਹਿੰਦੇ ਆ ਕਿ ਜਿਹੜਾ ਇਹ ਖਿਲਾਅ ਹੈ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਕਿਵੇਂ ਪੂਰਾ ਹੋਏਗਾ, ਇਹ ਪੂਰਾ ਹੋ ਸਕਦਾ ਹੈ ਜੀ, ਇਹਦੀ ਕੋਈ ਵੱਡੀ ਗੱਲ ਨਹੀਂ। ਜੇ ਜਿਹੜੇ ਹੁਣ ਅਕਾਲੀ ਦਲ ਦੇ ਪ੍ਰਧਾਨ ਸਮੇਤ ਲੀਡਰਸ਼ਿਪ ਹੈ, ਉਹ ਇਹ ਬੈਠ ਕੇ ਫੈਸਲਾ ਕਰੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਨਮੁਖ ਹੋ ਕੇ ਕਿ ਅਕਾਲੀ ਲੋਕਾਂ ਨੇ
ਇਹਨਾਂ ਨੂੰ ਜਿਵੇਂ ਪਿਛਲੇ ਸਮੇਂ ਦੇ ਵਿੱਚ ਰਾਜਨੀਤਿਕ ਸ਼ਕਤੀ ਦਿੱਤੀ, ਉਹ ਸ਼ਕਤੀ ਦੇ ਵਿੱਚ ਇਹਨਾਂ ਤੋਂ ਬਹੁਤ ਵੱਡੀਆਂ ਬੱਜਰ ਕਰੇਤਾਂ ਹੋਈਆਂ, ਜਿਵੇਂ ਡੀਜੀਪੀ ਸਮੇਰ ਸੈਣੀ ਵਰਗੇ ਨੂੰ ਲਾਤਾ, ਜ਼ਹਾਰ ਆਲਮ ਵਰਗਿਆਂ ਨੂੰ ਅਹੁਦੇ ਦੇਤੇ, ਦਰਬਾਰਾ ਸਿੰਘ ਗੁਰੂ ਵਰਗਿਆਂ ਨੂੰ ਦੇਤੇ ਜਿਹੜੇ ਨਕੋਦਰ ਕਾਂਡ ਨਾਲ ਸੰਬੰਧਿਤ ਸੀ। ਸੋ ਅੱਛਾ, ਸਰਸੇ ਸਾਧ ਨੂੰ ਮਾਫੀ ਦੇਤੀ। ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਹੋਰ ਤਖਤਾਂ ਦੇ ਜਥੇਦਾਰਾਂ ਨੂੰ ਆਪਣੀ ਕੋਠੀ ਬੁਲਾ ਕੇ ਹੁਕਮ ਚਾੜਤੇ। ਸੋ ਇਹ ਸਾਰੀਆਂ ਵੱਡੀਆਂ ਗੱਲਾਂ ਜਿਹੜੀਆਂ ਬੱਜਰ ਕਰੇਤਾਂ, ਇਹਨਾਂ ਦੇ ਉੱਤੇ ਬੈਠ ਕੇ ਇਹ ਵਿਚਾਰ ਕਰਨ ਤੇ ਪੰਥ ਦੇ ਸਾਹਮਣੇ ਆ ਕੇ ਪੱਲਾ ਅੱਡ ਕੇ ਮਾਫੀ ਮੰਗਣ। ਜੇ ਮਹਾਰਾਜਾ ਰਣਜੀਤ ਸਿੰਘ ਮਾਫੀ ਮੰਗ ਸਕਦਾ, ਬਲਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰੂਹ ਨੂੰ ਸ਼ਾਂਤੀ ਮਿਲੇਗੀ ਜਿਹੜੇ ਪਰਮਾਤਮਾ ਕੋਲ ਜਾ ਚੁੱਕੇ ਆ। ਸੋ ਮੈਂ ਮਹਿਸੂਸ ਕਰਦਾ ਅਸੀਂ ਤਾਂ ਆਪ, ਅੱਛਾ ਦੂਜੀ ਗੱਲ, ਸਾਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕਿ ਅਸੀਂ ਅਕਾਲੀ ਸੀ ਜਾਂ ਹੈਗੇ ਆ ਜਾਂ ਅੱਗੇ ਤੋਂ ਰਹਿਣਾ ਹੈ। ਸੋ ਇਸ ਕਰਕੇ ਮੈਂ ਮਹਿਸੂਸ ਕਰਦਾ ਕਿ ਜਦੇ ਅਸੀਂ ਅਕਾਲੀ ਸੀ, ਹੋ ਸਕਦਾ ਜਿਹੜੇ ਅੱਜ ਟੀਵੀ ਤੇ ਆ ਕੇ ਬੋਲਦੇ ਆ ਇਹ ਅਕਾਲੀ ਹੋਣ ਵੀ ਨਾ, ਪਰ ਅੱਜ ਆਪਣਾ ਇਹ ਵਿਸ਼ਾ ਨਹੀਂ, ਕਿਉਂਕਿ ਸਰਦਾਰ ਬਾਦਲ ਦਾ ਲੰਮਾ ਸਮਾਂ ਅਸੀਂ ਭਾਸ਼ਣ ਸੁਣਦੇ ਰਹੇ ਹਾਂ। ਲੇਕਿਨ ਠੀਕ ਹੈ, ਅਸੀਂ ਵੀ ਅੱਜ ਇਹ ਮਹਿਸੂਸ ਕਰਦੇ ਹਾਂ ਕਿ ਜਿਵੇਂ ਜੰਮੂ ਜੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਜਿਹੜਾ ਖਲਾਅ ਹੈ, ਇਹਦੇ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਪਹਿਲਾਂ ਇਹ ਨੁਕਸਾਨ ਹੁੰਦਾ ਨਹੀਂ ਸੀ। ਪੰਜਾਬ ਜਿਹੜੀ ਬਾਦਲ ਸਾਹਿਬ ਦੀ ਹਲੀਮੀ ਦੀ ਗੱਲ ਮੈਂ ਕਰਕੇ ਹਟਿਆ, ਡਾਕਟਰ ਮਨਮੋਹਨ ਸਿੰਘ ਦੇ ਰਾਜ ਦੇ ਵਿੱਚ ਜਿਹੜਾ ਕਰੋੜਾਂ ਰੁਪਈਆ ਆਇਆ ਉਹ ਇਹ ਹਲੀਮੀ ਦੇ ਕਾਰਨ ਹੀ ਲੈ ਗਏ। ਅਸੀਂ ਤਾਂ ਇਹਨਾਂ ਦੇ ਪੋਜ਼ਿਟਿਵ ਪੁਆਇੰਟ ਹੀ ਅੱਜ ਰੱਖਣ ਲੱਗੇ ਸੀ। ਸੋ ਜੇਕਰ ਜਿਹੜੀ ਗੱਲ ਤੁਸੀਂ ਕਹੀ ਹੈ ਅਕਾਲੀ ਦਲ ਨੂੰ, ਜਿਹੜੀਆਂ ਮੈਂ ਕੁਝ ਗੱਲਾਂ ਕਹੀਆਂ, ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਹੀ ਸਿੱਖਾਂ ਦੀ ਸਰਵਉੱਚ ਸੰਸਥਾ ਹੈ, ਉਹਦੇ ਸਾਹਮਣੇ ਆ ਕੇ ਸਾਰੀਆਂ ਗੱਲਾਂ ਆਪਣੀਆਂ ਕਹਿ ਦੇਣੀਆਂ ਚਾਹੀਦੀਆਂ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ, ਕਿਉਂਕਿ ਇਹ ਤਾਂ ਅੱਜ ਪਬਲਿਕ ਡੋਮੇਨ ਦੇ ਵਿੱਚ ਹੈ ਨਾ ਜੀ, ਇਹ ਕੋਈ ਲੁਕੀਆਂ ਛਿਪੀਆਂ ਗੱਲਾਂ ਤਾਂ ਹੈ ਨਹੀਂ ਜੀ। ਨਰਪਿੰਦਰ ਧਾਲੀਵਾਲ, ਜਿੱਦਾਂ ਮੈਂ ਕਿਹਾ ਕਿ ਤੁਸੀਂ ਮਾਲਵੇ ਨਾਲ ਸੰਬੰਧ ਰੱਖਦੇ ਹੋ, ਮਾਲਵੇ ਦੇ ਲਈ ਵੀ ਜਿੱਦਾਂ ਮਠਾੜੂ ਜੀ ਦਾ ਵੀ ਕਹਿਣਾ ਕਿ ਬਹੁਤ ਕੁਝ ਕੰਟਰੀਬਿਊਟ ਕੀਤਾ ਗਿਆ। ਖਾਸ ਤੌਰ 'ਤੇ ਜੇ ਆਪਾਂ ਬਠਿੰਡਾ ਦੀ ਗੱਲ ਕਰ ਲਈਏ, ਆਲੇ ਦੁਆਲੇ ਦੀ ਗੱਲ ਕਰ ਲਈਏ, ਤਾਂ ਬਠਿੰਡੇ 'ਚ ਜੇ ਤੁਸੀਂ ਰਾਤ ਵੇਲੇ ਕਿਸੇ ਚੱਕਰ ਲਗਾਉਂਦੇ ਹੋ, ਲੰਘਦੇ ਹੋ, ਤਾਂ ਇਹ ਨਹੀਂ ਪਤਾ ਲੱਗਦਾ ਕਿ ਚੰਡੀਗੜ੍ਹ ਘੁੰਮ ਰਹੇ ਹੋ ਕਿ ਬਠਿੰਡਾ ਘੁੰਮ ਰਹੇ ਹੋ। ਇਹਦੇ ਬਾਵਜੂਦ ਵੀ ਜਿਹੜਾ ਹੈਗਾ ਫਿਰ ਕਿਉਂ ਇਹ ਸਵਾਲ ਉੱਠਦੇ ਹੈ? ਪਿਛਲੀਆਂ ਇਲੈਕਸ਼ਨ ਦਾ ਆਪਣੇ ਕੋਲ ਜੋ ਇੱਕ ਤਰ੍ਹਾਂ ਦੇ ਫੈਕਟਸ ਹੈ, ਤੱਥ ਹੈ, ਅਤੇ ਆਉਣ ਵਾਲਾ ਤਾਂ ਸਮਾਂ ਹੀ ਦੱਸੇਗਾ ਕਿਉਂ ਦੁਆਬੇ ਦੇ ਵਿੱਚ, ਮਾਝੇ ਦੇ ਵਿੱਚ ਤਾਂ ਹੈ ਹੀ ਸੀ ਗੱਲ, ਅਤੇ ਮਾਲਵੇ 'ਚ ਕਿਉਂ ਜਿਹੜਾ ਹੈਗਾ ਅਕਾਲੀ ਦਲ ਪਿੱਛੇ ਧੱਕਿਆ ਗਿਆ, ਔਰ ਹੁਣ ਬਾਦਲ ਸਾਹਿਬ ਦੇ ਤੁਰ ਜਾਣ ਬਾਅਦ ਕੀ ਉਹ ਮੁਕਾਮ ਹਾਸਲ ਕੀਤਾ ਜਾ ਸਕੇਗਾ? ਪਾਣੀ ਦੇ ਸਿੱਧੂ ਸਾਹਿਬ, ਜਿਹੜੀ ਗੱਲ ਹੈਗੀ ਮਾਲਵੇ ਦੇ ਵਿੱਚ, ਜਾਂ ਖਾਸ ਕਰ ਬਠਿੰਡੇ ਦੀ ਗੱਲ ਕਰ ਲਈਏ, ਬਠਿੰਡਾ ਇਸ ਟਾਈਮ ਮਹਾਨਗਰਾਂ ਦੇ ਵਿੱਚ ਆਉਂਦਾ ਹੈ। ਬਠਿੰਡੇ ਦੇ ਵਿਕਾਸ ਵੱਲ ਬਾਦਲ ਸਾਹਿਬ ਦੀ ਬਹੁਤ ਵੱਡੀ ਦੇਣ ਹੈ। ਇੱਥੇ ਕਈ ਯੂਨੀਵਰਸਿਟੀਆਂ, ਵੱਡੇ ਹਸਪਤਾਲ, ਜਿਹੜੀਆਂ 4 ਲੇਨ ਸੜਕਾਂ ਵਗੈਰਾ, ਥਰਮਲ ਦਾ ਆਉਣਾ, ਇਹ ਸਭ ਬਾਦਲ ਦੇ ਸਮੇਂ ਦੌਰਾਨ ਆਇਆ, ਬਾਦਲ ਸਰਕਾਰ ਦੇ ਸਮੇਂ ਦੌਰਾਨ ਆਇਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਲੇਕਿਨ ਪਿਛਲੇ ਸਮੇਂ ਜਿਹੜਾ ਬਰਗਾੜੀ ਕਾਂਡ ਤੇ ਕੋਟਕਪੂਰਾ ਕਾਂਡ ਹੋਇਆ, ਉਸ ਵੇਲੇ ਸੋਸ਼ਲ ਮੀਡੀਆ ਤੇ ਜੋ ਬਾਦਲ ਪਰਿਵਾਰ ਦੇ ਬਾਰੇ ਨੁਕਤਾਚੀਨੀ ਹੋਈ, ਜਾਂ ਬਾਦਲ ਪਰਿਵਾਰ ਬਾਰੇ ਜੋ ਸੋਸ਼ਲ ਮੀਡੀਆ ਤੇ ਆਲੋਚਨਾ ਹੋਈ, ਉਹਦੇ ਤਹਿਤ ਉਹਨਾਂ ਪ੍ਰਤੀ ਇੱਕ ਜਿਹੜਾ ਮਾਹੌਲ ਸੀ ਉਹ ਨਕਾਰਾਤਮਕ ਬਣ ਗਿਆ ਲੋਕਾਂ ਦੇ ਮਨਾਂ ਦੇ ਵਿੱਚ। ਕਿਉਂਕਿ ਇੱਕ ਤਾਂ ਜਿਹੜਾ ਲੰਬਾ ਸਮਾਂ ਜੋ ਵੀ ਬੰਦਾ ਰਾਜ ਕਰਦਾ ਹੈ, ਉਹਦੇ ਪ੍ਰਤੀ ਜਿਹੜਾ ਹੈਗਾ ਲੋਕਾਂ ਦਾ ਵੈਸੇ ਅਕਤਾ ਆ ਜਾਂਦਾ, ਤੇ ਦੂਜੇ ਨੰਬਰ ਤੇ ਲੋਕ ਬਦਲਾਅ ਦੇਖਣਾ ਚਾਹੁੰਦੇ ਸੀਗੇ ਵੀ ਸ਼ਾਇਦ ਬਦਲਾਅ ਦੇ ਤਹਿਤ ਕੋਈ ਹੋਰ ਕੰਮ ਚੰਗੇ ਹੋ ਜਾਣ, ਵੀ ਇਹ ਲੰਬਾ ਸਮਾਂ ਜਿਹੜੀ ਪਾਰਟੀ ਰਾਜ ਕਰਦੀ ਹੈ, ਕਿਉਂਕਿ ਇਹਨਾਂ ਦਾ ਸ਼੍ਰੋਮਣੀ ਕਮੇਟੀ ਦੇ ਰਾਹੀਂ ਗੁਰਦੁਆਰਿਆਂ ਤੇ ਵੀ ਕਬਜ਼ਾ ਹੈ, ਜਾਂ ਸ਼੍ਰੋਮਣੀ ਕਮੇਟੀ ਦਾ ਪੈਸਾ ਇੱਧਰ ਉੱਧਰ ਜਾ ਰਿਹਾ ਹੈ। ਬਹੁਤ ਸਾਰੇ ਜਿਹੜੇ ਹੈਗਾ ਸੋਸ਼ਲ ਮੀਡੀਆ ਨੇ ਵੀ ਉਹ ਖਾਸਾ ਜਿਹੜਾ ਹੈਗਾ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲਿਆ। ਇਹੀ ਵਜ੍ਹਾ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਲੰਬੀ ਹਲਕੇ ਤੋਂ ਕਦੇ ਵੀ ਕਿਸੇ ਹਾਰੇ, ਤੇ ਲੰਬੀ ਹਲਕੇ ਦੇ ਕਿਸਾਨ ਕਹਿੰਦੇ ਸੀ ਵੀ ਉਹਨਾਂ ਦੇ ਪਿੰਡਾਂ ਦੇ ਖੇਤੀ ਦੀ ਸਿੰਚਾਈ ਲਈ, ਯਾਨੀ ਜਿਹੜੇ ਖਾਲਾਂ ਦਾ ਪਾਣੀ ਆ ਉਹ ਸੂਇਆਂ ਜਿੰਨਾ ਪਾਣੀ ਹੈ, ਜਿੰਨਾ ਸੂਇਆਂ ਦੇ ਵਿੱਚ ਪਾਣੀ ਜਾਂਦਾ ਉਹਨਾਂ ਦੇ ਖਾਲਾਂ ਦੇ ਵਿੱਚ ਪਾਣੀ ਜਾਂਦਾ। ਸੇਮ ਦੀ ਸਮੱਸਿਆ ਸੀ ਉਸ ਏਰੀਆ ਦੇ ਵਿੱਚ, ਬਹੁਤ ਵੱਡੀ ਉਹਨਾਂ ਨੇ ਚੱਕੀ ਸੀ। ਮਤਲਬ ਉਹਨਾਂ ਦਾ ਕੋਈ ਉੱਥੋਂ ਹਾਰਨਾ ਮਤਲਬ ਕੋਈ ਛੋਟੀ ਗੱਲ ਨਹੀਂ ਹੈ। ਮਤਲਬ ਇਹ ਕਾਰਨ ਬਣੇ ਪਿਛਲੇ ਸਮੇਂ ਦੇ ਵਿੱਚ ਸੁਖਵੀਰ ਦਾ ਤੇ ਜਿਹੜਾ ਮਤਲਬ ਬਾਦਲ ਸਾਹਿਬ ਦਾ ਹਾਰਨਾ, ਉਹ ਸੋਸ਼ਲ ਮੀਡੀਆ ਉਹਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਗਿਆ। ਥੈਂਕ ਯੂ ਨਰਪਿੰਦਰ। ਮਠਾੜੂ ਸੇ ਇੱਕ ਅਹਿਮ ਸਵਾਲ ਹੈ, ਤੁਸੀਂ ਕਿਸੇ ਮੁੱਦੇ ਤੇ ਗੱਲ ਆਪਣਾ ਕਮੈਂਟ ਜਵਾਬ ਦੇਣਾ ਚਾਹੋਗੇ ਜ਼ਰੂਰ ਦਿਓ। ਜਿਹੜਾ ਸਵਾਲ ਮੈਂ ਲੈ ਰਿਹਾ ਕਿ ਬਾਦਲ ਸਾਹਿਬ ਦੀ ਇੰਟਰਵਿਊ ਮੈਂ ਵੀ ਕੀਤੀ, ਪਰ ਲਗਾਤਾਰ ਇਸ ਗੱਲ ਦੇ ਵਿੱਚ ਉਹਨਾਂ ਦੇ ਮਨ ਦੇ ਅੰਦਰ ਕਿਤੇ ਟਸਕ ਰਹੀ ਹੈ ਕਿ ਜਿਹੜਾ ਕੇਂਦਰ ਦਾ ਵਤੀਰਾ ਹੈ ਪੰਜਾਬ ਦੇ ਨਾਲ ਹਮੇਸ਼ਾ ਹੀ ਵਿਤਕਰੇ ਵਾਲਾ ਰਿਹਾ। ਨਹੀਂ, ਇਹਦੇ 'ਚ ਕੋਈ ਸ਼ੱਕ ਨਹੀਂ ਸਿੱਧੂ ਸਾਹਿਬ, ਕੇਂਦਰ ਦੀਆਂ ਸਰਕਾਰਾਂ ਹਮੇਸ਼ਾ ਹੀ ਪੰਜਾਬ ਦੇ ਨਾਲ ਵਿਤਕਰਾ ਕਰਦੀਆਂ ਹੀ ਹੈ, ਵਿਤਕਰਾ ਕਰਦੀਆਂ ਰਹਿਣਗੀਆਂ, ਅੱਗੇ ਵੀ ਕਰਦੀਆਂ ਰਹਿਣਗੀਆਂ, ਕਿਉਂਕਿ
ਪੰਜਾਬ ਇੱਕ ਬਹਾਦਰ ਕੌਮ ਹੈ। ਪੰਜਾਬ ਨੇ ਹਮੇਸ਼ਾ ਭਾਰਤ ਨੂੰ ਲੀਡ ਕੀਤਾ, ਹਿੰਦੁਸਤਾਨ ਨੂੰ, ਕਿਉਂਕਿ ਚਾਹੇ ਆਜ਼ਾਦੀ ਵੇਲੇ ਲਗਾ ਲਓ, ਸ਼੍ਰੋਮਣੀ ਅਕਾਲੀ ਦਲ ਲਗਾ ਲਓ, ਸ਼੍ਰੋਮਣੀ ਅਕਾਲੀ ਦਲ ਹੀ ਮੈਂ ਨਹੀਂ ਕਹਾਂਗਾ, ਪੰਜਾਬ ਦੇ ਸਾਰੇ ਜਿੰਨੇ ਵੀ ਆਪਾਂ ਪੰਜਾਬੀ ਹੈ, ਪੰਜਾਬੀਆਂ ਦੀਆਂ ਜਿਹੜੀਆਂ ਹੈਗੀਆਂ ਲਗਭਗ 80-90% ਕੁਰਬਾਨੀਆਂ ਜਿਹੜੀਆਂ ਪੰਜਾਬੀਆਂ ਦੀਆਂ, ਚਾਹੇ ਜੰਗਾਂ ਦੇ ਵਿੱਚ ਲਗਾ ਲਓ, ਪੰਜਾਬੀ ਸਿੱਖ ਰੈਜੀਮੈਂਟ ਸਭ ਤੋਂ ਮੂਹਰੇ ਰਹਿੰਦੀ ਆ, ਔਰ ਹਰ ਇੱਕ ਖਿੱਤੇ ਦੇ ਵਿੱਚ, ਚਾਹੇ ਫਸਲ ਦੇ ਵਿੱਚ ਹਰੀ ਕ੍ਰਾਂਤੀ ਆਈ ਜਦੋਂ, ਉਦੋਂ ਆਪਾਂ ਦੇਸ਼ ਦਾ ਪੂਰਾ ਢਿੱਡ ਭਰਿਆ ਪੰਜਾਬ ਨੇ। ਪੰਜਾਬ ਇੱਕ ਬਹਾਦਰ ਕੌਮ ਹੈ। NRIਆਂ ਦੇ ਵਿੱਚ ਜਿਹੜੇ ਆਪਣੇ ਪੰਜਾਬ ਦੇ NRI ਬਾਹਰ ਬੈਠੇ ਆ, ਖਾਲਸਾ ਏਡ ਵਰਗੇ ਜਿਹੜੇ ਅਦਾਰੇ ਚੱਲ ਰਹੇ ਆ, ਜਾਂ ਵੱਡੇ ਲੈਵਲ ਤੇ ਆਪਣੇ ਜਿਹੜੇ ਖਾਲਸਾ ਏਡ ਲਗਾ ਲਓ, ਜਾਂ ਹੋਰ ਸਿੱਖ ਆਪਣੇ ਆਗੂ, ਇਹ ਜਿਹੜੇ ਪੂਰੇ ਹਿੰਦੁਸਤਾਨ ਦੇ ਵਿੱਚ ਜਾ ਕੇ ਸੇਵਾ ਕਰਦੇ ਆ ਭਾਵਨਾ, ਜਿਹੜਾ ਸੋ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਇਹ ਲੱਗਦਾ ਹੈ ਕਿ ਪੰਜਾਬ ਦੇ ਜਿਹੜੇ ਲੋਕ ਹੈਗੇ ਆ ਇਹ ਕ੍ਰਾਂਤੀਕਾਰੀ ਲੋਕ ਹੈ, ਔਰ ਇਹ ਕਿਤੇ ਨਾ ਕਿਤੇ ਬਖੇੜਾ ਖੜਾ ਕਰਦੇ ਰਹਿੰਦੇ ਆ। ਓਕੇ, ਥੈਂਕ ਯੂ ਡਾਕਟਰ ਸਾਹਿਬ। ਸੋ ਇਹੀ ਕਾਰਨ ਹੈ, ਇਸੇ ਕਾਰਨਾਂ ਨੂੰ ਦੂਰ ਕਰਕੇ ਜਿਹੜਾ ਹੈਗਾ ਉਦੋਂ ਮਤਲਬ ਭਾਰਤੀ ਜਨਤਾ ਪਾਰਟੀ ਨਾਲ ਬਿਲਕੁਲ, ਤਾਂ ਕਿ ਆਪਾਂ ਕੁਝ ਨਾ ਕੁਝ ਜਿਹੜਾ ਹੈਗਾ ਇਸ ਨੂੰ ਘਟਾ ਸਕੀਏ। ਜੀ, ਆਪਣੇ ਸਮੇਂ ਦੀ ਮਨਜ਼ੂਰੀ ਹੈ। ਚੰਨੀ ਜੀ, ਸੰਖੇਪ ਦੇ ਵਿੱਚ ਮੈਂ ਕਮੈਂਟ ਜ਼ਰੂਰ ਲੈਣਾ ਚਾਹਾਂਗਾ। ਜੋ ਕੇਂਦਰ ਦੇ ਪ੍ਰਤੀ ਰਵੱਈਏ ਦੀ ਗੱਲ ਬਾਦਲ ਸਾਹਿਬ ਦੇ ਮਨ ਅੰਦਰ ਇਹ ਚੀਜ਼ ਜਾਂ ਟਸਕ ਰਹੀ ਹੈ ਕਿ ਕੇਂਦਰ ਦਾ ਵਤੀਰਾ ਪੰਜਾਬ ਨਾਲ ਵਿਤਕਰੇ ਵਾਲਾ, ਮੇਰੀ ਮਜਬੂਰੀ ਹੈ, ਸਮੇਂ ਦੀ ਲੰਬੀ ਗੱਲ ਵੀ ਹੋ ਸਕਦੀ ਹੈ, ਪਰ ਸਮਾਂ ਨਹੀਂ, ਆਪਣੇ ਕੋਲ ਜਵਾਬ ਜ਼ਰੂਰ ਚਾਹਾਂਗਾ ਜੀ। ਇਹ ਦੇਖੋ, ਇਹ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਨਾਲ ਕੇਂਦਰ ਸਰਕਾਰ ਨੇ ਬਹੁਤ ਵੱਡੇ ਕੀਤੇ। ਹਰ ਇੱਕ ਛੋਟੇ ਜਿਹੇ ਹੱਕ ਲੈਣ ਲਈ ਵੀ ਅਕਾਲੀ ਦਲ ਨੇ ਉੱਥੇ ਸੰਘਰਸ਼ ਕੀਤਾ, ਇਹ ਤੋਂ ਕੋਈ ਦੁਸ਼ਮਣ ਨਹੀਂ। ਕਰਕੇ ਬਾਦਲ ਸਾਹਿਬ ਤੇ ਬੀਜੇਪੀ ਦਾ ਆਪਸ ਜਿਹੜਾ ਸਮਝੌਤਾ ਹੋਇਆ, ਉਹ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਹੀ ਇਸ ਨੂੰ ਹੋਇਆ ਸੀ। ਤੇ ਮੈਂ ਸਮਝਦਾ ਕਿ ਪੰਜਾਬ ਦੇ ਲੋਕ, ਦੇਸ਼ ਦੇ ਲੋਕ ਬਾਦਲ ਸਾਹਿਬ ਨੂੰ ਦੋ ਗੱਲਾਂ ਦੀ ਜ਼ਰੂਰ ਯਾਦ ਰੱਖਣਗੇ। ਇੱਕ 1975 ਜੋ ਐਮਰਜੈਂਸੀ ਲੱਗੀ, ਉਹ ਐਮਰਜੈਂਸੀ ਦੇ ਖਿਲਾਫ ਜੋ ਜੈ ਪ੍ਰਕਾਸ਼ ਬਿਲਕੁਲ ਆਮ ਸੌਰੀ ਕਿ ਬਿਲਕੁਲ ਐਮਰਜੈਂਸੀ ਵਾਲੀ ਗੱਲ ਇੰਪੋਰਟੈਂਟ ਹੈ, ਮੁੱਦੇ ਇੰਪੋਰਟੈਂਟ ਹੈਗੇ ਆ। ਇੱਕ ਇਹ ਗੱਲ, ਦੂਜੀ ਪੰਜਾਬ ਵਿੱਚ ਬੀਜੇਪੀ ਨਾਲ ਸਮਝੌਤਾ ਕਰਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣ ਦਾ ਜੋ ਉਹਨਾਂ ਨੇ ਕੰਮ ਕੀਤਾ, ਇਹ ਦੋ ਗੱਲਾਂ। ਇੱਕ ਲਾਈਨ ਜਿਹੜਾ ਹੈਗਾ ਚੰਨੀ ਜੀ, ਇੱਕ ਲਾਈਨ ਦਾ ਆਮ ਸੌਰੀ ਸਮੇਂ ਦੀ ਮਜਬੂਰੀ ਹੈ, ਇੱਕ ਲਾਈਨ ਦਾ ਕਮੈਂਟ ਜ਼ਰੂਰ ਚਾਹਾਂਗਾ ਕਿ ਜਿਸ ਕਦਰ ਬਾਅਦ 'ਚ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਉਹਨਾਂ ਨੇ ਆਪਣਾ ਸਟੈਂਡ ਜਿਹੜਾ ਬੀਜੇਪੀ ਨਾਲੋਂ ਅਲੱਗ ਲਿਆ, ਕਿਤੇ ਇਹ ਵੀ ਲੱਗਿਆ ਕਿ ਭਾਜਪਾ ਵੀ ਉਸੇ ਤਰੀਕੇ ਨਾਲ ਵਿਤਕਰਾ ਕਰ ਰਹੀ ਹੈ। ਦੋ ਲਾਈਨਾਂ ਦਾ ਕਮੈਂਟ ਬਣਦਾ ਵੀ ਹੈ, ਪਰ ਮਜਬੂਰੀ ਹੈ ਸਮੇਂ ਦੀ। ਦੇਖੋ, ਬੀਜੇਪੀ ਸਰਕਾਰ ਕੋਈ ਕਿਸਾਨ ਅੰਦੋਲਨ ਦੇ ਖਿਲਾਫ ਜੋ ਫੈਸਲਾ ਹੋਇਆ ਉਹਨੇ ਆਪਣੀ ਮਰਜ਼ੀ ਨਾਲ ਕੀਤਾ, ਤੇ ਉਹ ਪ੍ਰਧਾਨ ਮੰਤਰੀ ਨੇ ਮਾਫੀ ਵੀ ਮੰਗੀ ਹੈ। ਉਹ ਕੋਈ ਉਹਨਾਂ ਦੇ ਮਨ 'ਚ ਇਸ ਗੱਲ ਦਾ ਮਲਾਲ ਨਹੀਂ ਹੈ। ਬੀਜੇਪੀ ਪ੍ਰਧਾਨ ਮੰਤਰੀ ਪੰਜਾਬ ਨੂੰ ਆਪਣੇ ਨਾਲ ਲਾਉਣਾ ਚਾਹੁੰਦੇ ਨੇ, ਸਿੱਖਾਂ ਨੂੰ ਆਪਣੇ ਨਾਲ ਲਾਉਣਾ ਚਾਹੁੰਦੇ ਨੇ, ਜਿੱਦਾਂ ਸਾਰਾ ਉਦਾਹਰਨ ਹੈ ਕਿ ਕਿੰਨਾ ਕੁਝ ਪੰਜਾਬ ਲਈ ਕਰਨ ਲਈ ਤਿਆਰ ਨੇ। ਚਲੋ, ਥੈਂਕ ਯੂ ਵੈਰੀ ਮਚ, ਥੈਂਕ ਯੂ ਚੰਨੀ ਸਾਹਿਬ, ਥੈਂਕ ਯੂ ਚੰਨੀ ਸਾਹਿਬ। ਜਿਹੜੀਆਂ ਵੱਡੀਆਂ ਪੋਸਟਾਂ ਦੇ ਜਿਹੜੇ ਐਗਜ਼ਾਮੀਨੇਸ਼ਨ ਹੁੰਦੇ ਸੀ, ਉਹਨਾਂ 'ਚ ਪੰਜਾਬੀ ਨੂੰ ਮਾਨਤਾ ਦਿੱਤੀ ਹੈ ਕਿ ਪੰਜਾਬੀ ਵਿੱਚ ਵੀ ਆਪਾਂ ਕਦੇ ਫੇਰ ਇਸ ਮੁੱਦੇ ਤੇ ਲਵਾਂਗੇ ਚੰਨੀ ਸਾਹਿਬ। ਥੈਂਕ ਯੂ, ਮੇਰੀ ਮਜਬੂਰੀ ਹੈ ਸਮੇਂ ਦੀ। ਵੀਰਵਾਲ ਦਿਵਸ ਦੀ ਅਨਾਉਂਸ ਕੀਤਾ ਉਹਨੇ, ਜਿਹਦੇ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਥੈਂਕ ਯੂ ਚੰਨੀ ਸਾਹਿਬ, ਤੁਹਾਡੀ ਗੱਲ ਆ ਗਈ, ਪਤਾ ਲੱਗ ਰਹੀ ਹੈ। ਇਹਦੇ ਮੈਂ ਨਹੀਂ ਸਮਝਦਾ ਕਿ ਕੇਂਦਰ ਕੋਈ ਵਿਤਕਰਾ ਕਰ ਰਿਹਾ ਹੈ। ਓਕੇ, ਥੈਂਕ ਯੂ ਚੰਨੀ ਸਾਹਿਬ, ਮਿਹਰਬਾਨੀ। ਮੈਂ ਸੀਨੀਅਰ ਜਰਨਲਿਸਟ ਨੇ ਜੰਮੂ ਜੀ, ਦੋ ਲਾਈਨਾਂ ਦਾ ਕਮੈਂਟ ਕੇਂਦਰ ਦੇ ਵਿਤਕਰੇ ਨੂੰ ਲੈ ਕੇ। ਮਜਬੂਰੀ ਹੈ ਸਮੇਂ ਦੀ, ਤੁਸੀਂ ਕਿਵੇਂ ਦੇਖਦੇ ਹੋ ਜੰਮੂ ਜੀ ਕੇਂਦਰ ਦੇ ਵਿਤਕਰੇ ਨੂੰ ਲੈ ਕੇ ਜੋ ਬਾਦਲ ਹੋਣਾ ਦੀ ਸੋਚ ਰਹੀ ਹੈ? ਦੇਖੋ, ਕੇਂਦਰ ਸਰਕਾਰ ਵੱਲੋਂ ਸੂਬਿਆਂ ਨਾਲ ਵਿਤਕਰੇ ਜਿਹੜੇ ਉਹ ਲਗਾਤਾਰ ਵੱਧ ਰਿਹਾ, ਤੇ ਖਾਸ ਕਰਕੇ ਹੁਣ ਹੋਰ ਵੀ ਵਧੇ ਆ। ਇਹ ਠੀਕ ਹੈ, ਕੁਝ ਉਹਨਾਂ ਨੇ ਪੰਜਾਬੀਆਂ ਦੇ ਜਿਹੜੇ ਕੁਝ ਮਸਲਿਆਂ ਨੂੰ ਹੱਲ ਕਰਨ ਦਾ ਯਤਨ ਕੀਤਾ, ਪਰ ਵਿਤਕਰੇ ਉਹਦੇ ਨਾਲ ਜ਼ਿਆਦਾ ਵਧੇ ਆ। ਉਹ ਤੁਸੀਂ ਲੈ ਸਕਦੇ ਹੋ ਗ੍ਰਾਂਟਾਂ ਦੇ ਰੂਪ ਦੇ ਵਿੱਚ, ਕਿਸੇ ਹੋਰ ਮਾਮਲਿਆਂ ਦੇ ਵਿੱਚ। ਅੱਜ ਇਸੇ ਕਰਕੇ ਮੈਂ ਕਿਹਾ ਕਿ ਫੈਡਰਲਿਜ਼ਮ ਨੂੰ ਮਜ਼ਬੂਤ ਕਰਨ ਦੀ ਲੋੜ ਹੈਗੀ ਹੈ, ਤੇ ਕੇਂਦਰ ਸਰਕਾਰ ਦੇ ਹਮਲਿਆਂ ਦੇ ਵਿਰੁੱਧ ਵੀ ਡਟਣ ਦੀ ਲੋੜ ਉਹਦੇ ਨੂੰ ਪਹਿਲਾਂ ਨਾਲੋਂ ਵੀ ਵੱਧ ਗਈ ਹੈ। ਇਸ ਕਰਕੇ ਇਸ ਮੁੱਦੇ ਦੇ ਉੱਪਰ ਡਟਣਾ ਪਏਗਾ। ਇਸ ਕਰਕੇ ਖੇਤਰੀ ਪਾਰਟੀ ਦੀ ਲੋੜ ਹੈ, ਤੇ ਅਕਾਲੀ ਦਲ ਦੇ ਮਜ਼ਬੂਤ ਹੋਏਗਾ ਤਾਂ ਲੜ ਸਕੇਗਾ। ਜੇ ਨਹੀਂ ਮਜ਼ਬੂਤ ਹੋਏਗਾ ਤਾਂ ਕੋਈ ਹੋਰ ਧਿਰ ਆ ਜਾਏਗੀ, ਜਿਵੇਂ ਆਪ ਆਈ ਹੈ, ਕੱਲ ਨੂੰ ਕੋਈ ਹੋਰ ਧਿਰ ਆ ਸਕਦੀ ਹੈ। ਇਸ ਕਰਕੇ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਹਮਲੇ ਜਿਹੜੇ ਹੋਏ ਆ, ਸਾਡੇ ਸਾਹਮਣੇ ਆ। BBME ਦਾ ਕੰਟਰੋਲ ਹੈ, ਉਹਦੇ ਤੋਂ ਇਲਾਵਾ ਜਿਹੜੇ ਕਿੰਨੇ ਫੰਡ ਪੰਜਾਬ ਨੂੰ ਨਹੀਂ ਮਿਲੇ ਹੋਣੇ, ਹੋਰ ਸੂਬਿਆਂ ਨੂੰ ਵੀ ਨਹੀਂ ਮਿਲੇ ਹੋਣੇ, ਇਹਨਾਂ ਦੇ ਉੱਪਰ ਗੱਲ ਕਰਨ ਦੀ ਲੋੜ ਹੈਗੀ ਆ। ਕਿਉਂ ਨਹੀਂ ਹੋ ਰਿਹਾ? ਜ਼ਿਆਦਾ ਜਿਹੜਾ ਕੇਂਦਰ ਆ ਉਹ ਮਜ਼ਬੂਤ ਹੋ ਗਿਆ ਪਿਛਲੇ ਸਮੇਂ ਦੇ ਵਿੱਚ, ਤੇ ਸੂਬਿਆਂ ਦੇ ਅਧਿਕਾਰ ਜਿਹੜੇ ਘਟਦੇ ਗਏ, ਤੇ ਕਈ ਤਾਂ ਇਹਨੂੰ ਇਹ ਕਰਦੇ ਵੀ ਮੌਜੂਦਾ ਸਰਕਾਰ ਨੇ ਸੂਬਿਆਂ ਨੂੰ ਮਿਊਨਿਸਪੈਲਿਟੀਆਂ ਬਣਾ ਦਿੱਤਾ। ਇਹਦਾ ਕੀ ਜਵਾਬ ਹੋਏਗਾ ਜੀ? ਬਹੁਤ ਮਿਹਰਬਾਨੀ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ।
ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਰਹੇ ਪੰਜਾਬ ਦੇ, ਅੱਜ ਆਪਣੇ ਜੱਦੀ ਪਿੰਡ ਬਾਦਲ ਦੇ ਵਿੱਚ ਉਹਨਾਂ ਦਾ ਸੰਸਕਾਰ। ਹਮੇਸ਼ਾ ਲਈ ਅਲਵਿਦਾ। ਪੰਜਾਬ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਕੌਮੀ ਪੱਧਰ ਤੇ ਵੱਡੀ ਗਿਣਤੀ 'ਚ ਆਗੂ, ਜਿੱਦਾਂ ਕਿਹਾ ਜਾਂਦਾ ਆਮ ਤੇ ਖਾਸ ਲੋਕਾਂ ਨੇ ਆ ਕੇ ਉੱਥੇ ਉਹਨਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ। ਪਰ ਇਸ ਦੇ ਨਾਲ ਹੀ ਇੱਕ ਵੱਡਾ ਸਵਾਲ ਜਿੱਦਾਂ ਮੈਂ ਮਹਿਮਾਨਾਂ ਨਾਲ ਲਿਆ, ਦਰਸ਼ਕਾਂ ਦੇ ਅੱਗੇ ਵੀ ਛੱਡ ਕੇ ਆਪਾਂ ਜਾ ਰਹੇ ਹਾਂ, ਪ੍ਰਕਾਸ਼ ਸਿੰਘ ਬਾਦਲ ਦੇ ਤੁਰ ਜਾਣ ਬਾਅਦ ਕੀ ਜਿਹੜਾ ਪੰਜਾਬ ਦੀ ਰਾਜਨੀਤੀ, ਪੰਥਕ ਰਾਜਨੀਤੀ 'ਚ ਪੈਦਾ ਹੋਇਆ ਖਲਾ ਜਾਂ ਖੱਪਾ, ਉਹ ਕਿਸ ਪਾਸੇ ਨੂੰ ਟਰਨ ਲਏਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਾਂ ਆਪਣੇ ਮਹਿਮਾਨਾਂ ਦੇ ਧੰਨਵਾਦੀ ਹਾਂ ਤੇ ਨਾਲ ਹੀ ਤੁਹਾਡੇ ਕੋਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।